ਤੇ ਗੁਰੂ ਰਾਮਦਾਸ ਨੇ ਇਸ ਘਰ ਦੀ ਸਿਫਤ ਕਿੰਨੀ ਕੀਤੀ ਹੈ, ਉਸ ਪਾਸੇ ਆਪਾਂ ਤੁਰਨਾ ਹੈ। ਮੈਂ ਤਾਂ ਇਹ ਚੀਜ਼ਾਂ ਦੀ ਸਾਂਝ ਪਾਈ ਕਿ ਗੁਰੂ ਰਾਮਦਾਸ ਇਹਨੂੰ ਸੱਤਾ ਬਲਵੰਡਾ ਕਹਿੰਦੇ ਨੇ, ਤੈਨੂੰ ਕੋਈ ਭਾਵਨਾ ਨਾ ਪਿਆਰ ਕਰੇ ਉਹਦੇ ਬੇੜੇ ਬਣੇ। ਤੇ ਮੈਂ ਗੱਲ ਕਰ ਰਿਹਾ ਸੀ ਪ੍ਰਕਰਮਾਂ ਦੇ 84 ਕਦਮਾਂ ਦੀ। ਹਰਿਮੰਦਰ ਸਾਹਿਬ ਜਦੋਂ ਕੋਈ ਤੁਰਦਾ ਹੈ ਨਾ, ਇਹ ਭਾਵਨਾ ਦੇ ਨਾਲ ਕਦਮ ਤੇ ਧੰਨ ਗੁਰੂ ਰਾਮਦਾਸ ਬੋਲਦੇ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਹਨੂੰ ਭੱਟ ਸਾਹਿਬ ਕਹਿੰਦੇ, ਕਵ ਕਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ। ਕਹਿੰਦੇ ਮੈਂ ਵਾਅਦੇ ਨਾ ਕਹਿ ਸਕਦਾ, ਦਾਵੇ ਨਾ। ਬਾਬੇ ਹਰਦਾਸ ਦੇ ਘਰ ਇੱਕ ਰੰਗੀ ਰੂਹ ਲਾਹੌਰ ਦੀ ਧਰਤੀ ਚੂਨਾ ਮੰਡੀ ਆਉਣ ਆਈ। ਕਹਿੰਦੇ ਜਿਹਨੂੰ ਕੋਈ ਦਿਲੋਂ ਯਾਦ ਕਰੇ ਤੇ ਖਾਲੀ ਝੋਲੇ ਨੂੰ ਭਰ ਦਿੰਦਾ। ਅੱਬਾ ਮੈਨੇ ਜਿਹਦੇ ਕੋਲ ਕੱਖ ਨਹੀਂ ਉਹਨੂੰ ਵੀ ਭਰ ਦਿੱਤਾ ਹੈ। ਇੰਨੀ ਤਾਕਤ ਹੈ ਮੇਰੇ ਸਤਿਗੁਰਾਂ ਦੇ ਵਿੱਚ। ਆਓ ਥੋੜਾ ਜਿਹਾ ਇਤਿਹਾਸ ਵੱਲ ਧਿਆਨ ਮਾਰ ਕਰਕੇ ਫਿਰ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਦੇ ਦਰਸ਼ਨ ਕਰਨੇ ਆ। ਸਾਰੀਆਂ ਸੰਗਤਾਂ ਨੂੰ ਜੀ ਆਇਆਂ। ਮਰ ਮੋਹਰ ਮੋਹ ਜਨਨੀ ਵਖਾਕੀ ਹਨੂਮਾਨ ਤ੍ਰਿਪਤਾ ਜੀ ਬੜੇ ਪ੍ਰੇਮ ਦੇ ਨਾਲ ਸੁਧ ਉਪਚਾਰ ਕਰਨ ਅਬਲਾਖੀ। ਕਹਿਣ ਲੱਗੇ ਬੈਠਾ ਕਲਿਆਣਦਾਸ ਜੀ ਮੈਨੂੰ ਨੀਂਦ ਨਹੀਂ ਆਉਂਦੀ। ਜਿਹਦਾ ਕੱਲਾ ਕੱਲਾ ਪੁੱਤ ਪ੍ਰਸ਼ਾਦਾ ਨਹੀਂ ਸਕਦਾ, ਸੌਂਦਾ ਨਹੀਂ ਹੈ, ਆਰਾਮ ਨਹੀਂ ਕਰਦਾ, ਕਿਸੇ ਨਾਲ ਬੋਲਦਾ ਨਹੀਂ, ਤੁਹਾਡੀ ਪਟਵਾਰੀ ਬਣਾ ਕਾਹਦਾ ਹੈ? ਇੰਨਾ ਆਪਣੇ ਕੋ ਜਾਇਦਾਦ ਜੇ ਪੁੱਤ ਨੂੰ ਕੁਛ ਹੋ ਗਿਆ ਤਾਂ ਕਾਹਦੀ ਹੈ? तो इस करके साध संगत एक मोह है, मां दा मोह जागिया। कहन लग्या ਆਪਾਂ ਇਹਨਾਂ ਦਾ ਇਲਾਜ ਕਰਵਾਈਏ। ਮਨ ਕੀ ਮਨੈ ਮਨਾਵ ਮਹੇਸ਼ਾ। ਕਹਿੰਦੇ ਉਸ ਵੇਲੇ ਨਾ शिव जी ਨੂੰ ਯਾਦ ਕੀਤਾ। ਹੁਣ ਇਹ ਗੱਲ ਨਹੀਂ ਕਹਿਣੀ ਕਿ ਇਹਦੇ ਚ ਹਿੰਦੂ ਮਤ ਆ ਗਿਆ, ਕਿਉਂਕਿ ਗੁਰੂ ਨਾਨਕ ਸਾਹਿਬ ਬਾਲ ਉਮਰ ਚ ਪੁਰਾਤਨ ਤਾਂ ਚੀਜ਼ਾਂ ਪੁਰਾਤਨ ਹੀ ਰਹਿਣੀਆਂ। ਕਈ ਵਾਰੀ ਆਪਾਂ ਕਹਿੰਦੇ ਭਾਈ ਸਾਹਿਬ ਨੇ ਜ਼ਿਕਰ ਕੀਤਾ, ਸੱਚ ਤੇ ਸੱਚ ਹੀ ਰਹਿਣਾ। क्योंकि महाराज ने जोगी साहब ने किया एका माई तीन, ਇਹਦੇ ਤਿੰਨ ਬੇਟੇ ਹੈ, ਇੱਕ ਸੰਸਾਰੀ। ਸੰਸਾਰੀ ਉਹ ਜਿਹਨੇ ਆਪਾਂ ਨੂੰ ਤਿਆਰ ਕੀਤਾ। ਸਾਰੇ ਵੇਖੋ ਕਿੰਨੇ ਬੈਠੇ ਰਲਦਾ ਕਿ ਕਿਸੇ ਭੰਡਾਰੀ ਉਹ ਜਿਹੜਾ ਚੋਰ ਨੂੰ ਵੀ, ਡਾਕੂ ਨੂੰ ਵੀ, ਬੰਦੇ ਕੰਮ ਵਾਲੇ ਨੂੰ ਵੀ ਰੋਟੀ। ਇੱਕ ਲਾਏ ਦੀ ਜਿਹੜਾ ਲੈ ਕੇ ਜਾਂਦਾ ਟਾਈਮ ਆਉਣ ਦੇ। ਇਹ ਤਿੰਨ ਜਿਹੜੇ ਦੇਵਤੇ ਹਨ ਮਾਇਆ, ਜਿਨ੍ਹਾਂ ਸੰਸਾਰ ਦੀ ਪ੍ਰਾਰੰਭ ਚਾਲੂ ਕੀਤੀ। ਤੋ ਇੱਥੇ ਫਿਰ ਕਹਿੰਦੇ ਮਾਂ ਨੇ ਅਰਦਾਸ ਕੀਤੀ ਕਿ हे शिव जी, हे प्रभु जी, क्योंकि प्रातन ਜਿਹੜਾ ਖੱਤਰੀਆਂ ਦਾ ਧਰਮ ਇੱਥੋਂ ਸ਼ੁਰੂ ਹੋਣਾ ਹੈ। ਬਾਬੇ ਦਾ ਤਾਂ ਹੁਣ ਡੰਕਾ ਅੱਗੇ ਜਾ ਕੇ ਵੱਜਣਾ ਸ਼ੁਰੂ ਹੋਣਾ ਆਪਾਂ ਸਾਰਿਆਂ ਨੂੰ। ਉਸ ਵੇਲੇ ਉਹਨੇ ਅਰਦਾਸ ਕੀਤੀ ਹੈ, ਪੂਜ ਚੰਡੇਕਾ ਬਵਰ ਗਣੇਸ਼ਾ। ਇਹਦੇ ਫਿਰ ਮਾਤਾ ਦਾ ਵੀ ਸ਼ੁਕਰਾਨਾ ਕੀਤਾ, ਮਾਂ ਦਾ, ਸ਼ਕਤੀ ਜਿਹਨੂੰ ਆਦਿ ਸ਼ਕਤੀ ਕਹਿੰਦੇ। ਕਈ ਵਾਰੀ ਬੰਦਾ ਪ੍ਰਚਾਰਕ ਜਿਹੜਾ ਨਾ ਗਲਤ ਬੋਲ ਜਾਂਦਾ, ਜਿਹਦਾ ਆਪਾਂ ਗੁੱਸੇ ਜਾ ਕੇ ਸਾਡਾ ਧਰਮ ਹੀ ਉੱਚਾ, ਸਾਡਾ ਨਹੀਂ, ਪ੍ਰਭੂ ਸਾਰਿਆਂ ਦਾ ਸਾਂਝਾ। ਜਿਹੜੇ ਪੁਰਾਤਨ ਧਰਮ ਨੂੰ ਰਾਮ ਜੀ ਪਹਿਲਾਂ ਆਏ ਤੇ ਪਹਿਲਾਂ ਹੀ ਕਹਿਣੇ ਕਿੱਦਾਂ ਦੂਰ ਕਰ ਦੋਗੇ? ਕਿਉਂਕਿ ਭੱਟ ਸਾਹਿਬ ਜਦੋਂ ਸਵਈਏ ਪੜ੍ਹਦੇ ਤੁਹਾਡੇ ਜਿਹੜੇ ਬਾਣੀ ਵਾਲੇ ਪਿਆਰੇ, ਸਹਿਜ ਪਾਠ ਕਰਨ ਵਾਲੇ ਪਿਆਰੇ, ਤੁਸੀਂ ਸਵਈਆਂ 'ਚ ਖੜੇ ਹੋ, ਉੱਥੇ ਇੱਕ ਪੰਗਤੀ ਆਉਂਦੀ, ਕਹਿੰਦੇ ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਕਿ ਤ੍ਰੇਤੇ 'ਚ ਵੀ ਤੂੰ ਹੀ ਆਇਆ ਸੀ ਨਾਨਕਾ, ਪਰ ਰਾਮ ਬਣ ਕੇ। ਇਹਦੇ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀ। ਦੁਆਪਰ 'ਚ ਤੂੰ ਕ੍ਰਿਸ਼ਨ ਬਣ ਕੇ ਆਇਆ। ਜੇ ਹੁਣ ਗੁਰਬਾਣੀ ਸੱਚੀ ਇਤਿਹਾਸ ਵਿੱਚ ਆਪਾਂ ਜ਼ਿਕਰ ਕਰ ਦਈਏ ਕਿਤੇ ਤੇ ਆਪਾਂ ਕਹਿੰਦੇ ਭਾਈ ਸੰਤੋਖ ਸਿੰਘ ਨੇ ਇਤਿਹਾਸ 'ਚ ਹਿੰਦੂਆਂ ਨੂੰ ਪੂਜਿਆ। ਇਸੇ ਗੱਲ ਦਾ ਪਟਨਾ ਸਾਹਿਬ ਵਿਵਾਦ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਸਾਹਿਬਜ਼ਾਦਿਆਂ ਦੀ ਤੁਲਨਾ ਕਰ ਦਿੱਤੀ ਦੇਵਤਿਆਂ ਨਾਲ, ਪਰ ਨਹੀਂ, ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ। ਇਹ ਦੁਬਦਾ ਪਾਈ ਆਪਾਂ ਲੜਾਈ ਪੈਣੀ ਇੱਥੋਂ ਧਰਮ ਵੰਡਣੇ ਜਦੋਂ ਆਪਾਂ ਨਹੀਂ, ਭਾਵਨਾ ਬਣਾ ਕੇ ਵੇਖਿਓ। ਕਹਿੰਦੇ ਸਤਿਯੁਗ ਤੈ ਮਾਣਿਓ ਛਲਿਓ ਪਰ ਬਾਵਣ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਲ ਸੈਨ ਕੋ ਰਾਜ ਅਭੈ। ਤੈ ਜਨਮ ਦੀ ਭੱਟ ਸਾਹਿਬ ਕਹਿੰਦੇ ਤੂੰ ਹੀ ਆ। ਕਿਤੇ ਭੀੜਨੀ ਦੇ ਬੇਰ ਖਾਂਦਾ ਸੈਂ,
किते बिदर दा साग खांदा सा ते किते लालू दीयां मिसियां खाना हैगा ते तू ही है। जे इन्नी कथा हो जाए तो सारे इकट्ठे ना बह जाइए, पर बहन नहीं ना दिंदे। गुरु नानक दे सिख जू बन जाना, आपां लड़ा के रखना फिर ही फायदा। राजनीतिक बंदा लड़ाऊ तो फिर ही उसकी पार्टी चलू। जे सारे इकट्ठे करते तो फिर ते गल बन गई। अमर अल्लाह नूर पाया एक नूर ते कौन भले। इस करके उस मां ने जो भी भावना सी ओदी हुण उन्होंने ठीक पता है कि मेरे घर अवतारी आया, पर पहला तो किसी की पूजा करते ही माता तृप्ता जी तो कुआरी होंदी सी, फिर किसी को मानते सी, किसी की जोत लाउंदे ही रहे होणगे। जी अज आप आके कह दिए भी है ही कुछ नहीं, ये गल नहीं है, सारा कुछ है। तो कहते फिर मां बेचारी प्रेम दे नाल अरदास कीती भी हे मां बाई ऐ दुनिया दी मालक रब दी शक्ति मेरे पुत्र नूं दती वाह ना लगे। सुत शरीर को करे में आरोगा। अरदास कीती कहन लगे हे दुनिया दी मालक आदि शक्ति मां मेरे पुत्र दे मेहर कर, ਇਹਦੇ ਤੇ ਤਰਸ ਕਰ, ਇਹਦਾ ਸਰੀਰ ਰੋਗਾਂ ਤੋਂ ਬਾਹਰ ਹੋ ਜਾਵੇ। ਦੇਉ ਉਪਾਇਨ ਜਸ ਜਿਸ ਜੋਗਾ। ਔਰ ਕਹਿੰਦੇ ਇਸ ਤਰ੍ਹਾਂ ਕਰਕੇ ਜੋ ਤੂੰ ਕਵੇਂਗੀ ਮੈਂ ਭੇਟਾ ਚੜਾਵਾਂ। ਮਾਂ ਦੀ ਹੋਈ ਜੋ ਤੇਰੇ ਅੱਗੇ ਅਰਦਾਸ ਕਰਾਂ, ਪਰ ਮੇਰਾ ਪੁੱਤ ਰਾਜੀ ਹੋ ਜਾਵੇ। ਉਹਦੇ ਕਰ ਧਰ ਪਰ ਧਿਰ ਸਿਰ ਕੋ। ਔਰ ਕਹਿੰਦੇ ਇਸ ਤਰ੍ਹਾਂ ਫਿਰ ਧਰਤੀ ਤੇ ਸਿਰ ਰੱਖਿਆ। ਹੁਣ ਧਰਤੀ ਨੂੰ ਵੀ ਮਾਂ ਆਖਿਆ ਜਾਂਦਾ, ਇੱਕ ਭਾਵਨਾ ਇਹ ਵੀ ਦੇਵਤਾ ਵੱਡਾ ਸਭ ਤੋਂ। ਤੇ ਪੁਰਾਣੇ ਬਜ਼ੁਰਗ ਹੁੰਦੇ ਸੀ, ਦਾਦੀ ਦਾਦੇ ਤੋਂ ਜਦੋਂ ਸਵੇਰੇ ਉੱਠਦੇ ਸੀ ਨਾ ਮੰਜੇ ਤੋਂ, ਜੁੱਤੀ ਪਾਉਣ ਤੋਂ ਪਹਿਲਾਂ ਧਰਤੀ ਨੂੰ ਮੱਥਾ ਟੇਕਦੇ ਸੀ। ਫਿਰ ਸਤਨਾਮ ਕਹਿ ਕੇ ਤੇ ਅਸੀਂ ਪੁੱਛਣਾ ਵੀ ਬੀਬੀ ਦਾਦੀ ਤੋਂ ਧਰਤੀ ਨੂੰ ਕਾਹਤੋਂ ਮੱਥਾ ਟੇਕਦੀ? ਕਹਿਣਾ ਪੁੱਤੇ ਮਾਂ ਹੈ, ਸਾਰੀ ਦੁਨੀਆ ਨੂੰ ਆਪਣੇ ਉੱਤੇ ਚੁੱਕੀ ਫਿਰਦੀ, ਕਦੇ ਕਿਰਾਇਆ ਨਹੀਂ ਮੰਗਦੀ। ਕਿੰਨੀਆਂ ਗੱਡੀਆਂ ਭਜਾਈ ਫਿਰਦੇ ਐ, ਕਿੰਨੇ ਵਿੱਚ ਘਰ ਘਰ ਬੋਰ ਕੀਤੇ, 400 ਫੁੱਟ ਪੈਰ ਧਰਤੀ ਦੀ ਹਿੱਕ 'ਚ ਦਿੱਤਾ ਤੇ ਥੱਲਿਓਂ ਫਿਰ ਪਾਣੀ ਨਿਕਲਿਆ ਤੇ ਜਦੋਂ ਬੰਦਾ ਪੀਂਦਾ ਪੀਂਦਾ ਆਨੰਦ ਆ ਗਿਆ। ਇਹਦੇ ਫਿਰ ਕਦਰ ਕਰਿਆ ਕਰਨਾ, ਇਸ ਧਰਤੀ ਤੇ ਜ਼ਹਿਰ ਨਾ ਪਾ, ਤੇਰੀ ਮਾਂ ਏ ਇਹਨੂੰ ਸਵਾਰ। ਅੱਗੇ ਵਚਨ ਕਰਦੇ ਸੀ ਵੀ ਜਦੋਂ 550 ਸਾਲ ਆਇਆ ਲਾਈਵ ਚੱਲਦਾ ਬਾਕੀ ਚਾਹੁੰਦੇ ਕਿੰਨੇ ਕਰੋੜਾਂ ਦਾ ਨੁਕਸਾਨ ਕੀਤਾ ਸਾਰੇ ਬਰਗਰਾਂ ਪੀਜਿਆਂ ਤੇ ਅਲੜ ਪਲੜ ਉਹਨਾਂ ਚੀਜ਼ਾਂ ਦੇ ਨਾਲ ਧਰਤੀ ਮਾਂ ਤੇ ਗੰਦਗੀ ਪਾਈ ਇਸ ਇਹ ਜੀ ਉਹ ਪੈਸਿਆਂ ਦੇ ਕਿਤੇ ਆਪਾਂ ਇੱਕ ਜਾਣੇ ਨੂੰ 5-5 ਬੂਟੇ ਲਾਏ ਹੁੰਦੇ। ਅੱਜ ਬੂਟੇ ਜਵਾਨ ਹੁੰਦੇ, ਨਾਲੇ ਤੇ ਫਲ ਖਾਂਦਾ ਕੋਈ ਪੰਛੀ ਬੈਠਾ, ਕੋਈ ਰਾਹੀ ਬੈਠਾ, ਨਾਲੇ ਜਦੋਂ ਮਰਨ ਲੱਗੇ ਤੇ ਉਦੋਂ ਲੱਕੜਾਂ ਹੀ ਨਾਲ ਹੋਣੀਆਂ। ਬਾਬਾ ਫਰੀਦ ਸਾਹਿਬ ਨੂੰ ਪੜੋ ਜਰਾ। ਬਾਬਾ ਫਰੀਦ ਕਹਿੰਦੇ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ। ਬਾਬਾ ਫਰੀਦ ਕਹਿੰਦਾ ਗੁਰਦੁਆਰੇ ਮੰਦਰ ਮਸਜਿਦ 'ਚ ਨਹੀਂ ਜਾਣਾ ਨਾ, ਕਿਤੇ ਆਪਣੇ ਵਿਹੜੇ 'ਚ ਰੁੱਖ ਥੱਲੇ ਖੜੋ ਕੇ ਸਿੱਖਿਆ ਲੈ ਲਓ। ਤੇ ਕਿਸੇ ਨੇ ਆਖਿਆ ਬਾਬਾ ਜੀ ਰੁੱਖ ਕਿਹੜਾ ਬੋਲਦਾ? ਬਾਬਾ ਫਰੀਦ ਕਹਿੰਦੇ ਕਿਉਂ ਨਹੀਂ ਬੋਲਦਾ? ਮੈਂ ਗੱਲਾਂ ਕੀਤੀਆਂ, ਬੋਲਦਾ ਜੀ। ਕਹਿੰਦੇ ਕਿੱਦਾਂ ਬੋਲਦਾ? ਕਹਿੰਦੇ ਪੁੱਛੋ। ਰੁੱਖ ਕਹਿੰਦਾ ਇਹ ਕਿ ਮੈਂ ਧੁੱਪ 'ਚ ਸੜ ਕੇ ਮੇਰੇ ਕੋਲ ਆਉਣ ਵਾਲੇ ਨੂੰ ਛਾਂ ਦਿੰਦਾ, ਮੈਂ ਆਪ ਠੰਡ 'ਚ ਕਰਕੇ ਫਲ ਤਿਆਰ ਕਰਨਾ, ਪਰ ਢਿੱਡ ਕਿਸੇ ਦਾ ਭਰਦਾ ਹੈ। ਮੇਰੇ ਉੱਤੇ 25-30-50 ਪੰਛੀ ਆ ਜਾਣ, ਮੈਂ ਕਿਰਾਇਆ ਨਹੀਂ ਮੰਗਦਾ, ਨਾ ਆਧਾਰ ਕਾਰਡ ਹੀ ਮੰਗਦਾ, ਵੀ ਜੀ ਆਇਆ। ਉਹ ਬਿਠਾ ਵੀ ਮਾਰ ਜਾਂਦੇ ਮੇਰੇ ਉੱਤੇ, ਮੇਰੇ ਪੱਤੇ ਵੀ ਤੋੜ ਜਾਂਦੇ, ਪਰ ਮੈਂ ਫੇਰ ਵੀ ਰਾਤ ਨੂੰ ਜਦੋਂ ਮੇਰੇ ਉੱਤੇ ਬਹਿੰਦੇ ਟਾਣੀ ਦੇ, ਕਿਸੇ ਨੇ ਬੜਾ ਸੋਹਣਾ ਸ਼ੇਰ ਲਿਖਿਆ, ਕਹਿੰਦੇ ਬੰਦਿਆ ਕਿਉਂ ਡਰਦਾ, ਕਿਉਂ ਚਿੰਤਾ ਕਰਦਾ ਰਹਿਣਾ, ਐਵੇਂ ਨਾ ਕਰਿਆ ਕਰ, ਤੂੰ ਤਾਂ ਡਬਲ ਬੈੱਡ ਤੇ ਸੌਣਾ ਏ, ਰੱਬ ਤੇ ਉਹਨਾਂ ਨੂੰ ਨਹੀਂ ਡਿੱਗਣ ਦਿੰਦਾ ਜਿਹੜੇ ਇੱਕ ਟਾਣੀ ਤੇ ਰਾਤ ਕਰਨ। ਬੜੀ ਵੱਡੀ ਪਿਆਰੀ ਗੱਲ ਵੀ ਇੱਕ ਪੰਛੀ ਟਾਣੀ ਤੇ ਰਾਤ ਨੂੰ ਸੌਂਦਾ, ਕਿਤੇ ਡਿੱਗਾ ਤੇ ਤੂੰ ਤਾਂ ਇੰਨੀ ਕੋਠੀ 'ਚ ਪਿਆ ਹੋ ਕੇ ਲਈ ਜਨਾ ਹੈ ਕੀ ਬਣੂਗਾ, ਕੀ ਕਰਾਂਗੇ, ਕੀ ਏਦਾਂ ਹੀ ਕਰ ਪੁੱਲ ਕੇ ਟੈਕ ਹੋ ਜਾਣਾ ਤੇ ਮਰ ਜਾਣਾ ਕਿਸੇ ਤੋਂ। ਸੋਚਿਆ ਸੋਚ ਨਾ ਹੋ ਗਈ। ਇਹਦੇ ਦੋ ਅਰਥ ਨੇ, 250 ਟੀਕਾ, ਇੱਕ ਇੱਥੇ ਸੋਚਾਂ ਦਾ ਵੀ ਅਰਥ ਨਿਕਲ ਆਉਂਦਾ ਤੇ ਸੁਚਮਤਾ ਦਾ ਵੀ। ਮੈਂ ਪਹਿਲਾਂ ਜ਼ਿਕਰ ਕਰ ਮਹਾਰਾਜ ਕਹਿੰਦੇ ਨਾਨਕ ਚਿੰਤਾ ਨਾ ਕਰਿਆ ਕਰ, ਚੇਤੇ ਕਰਿਆ ਕਰ। ਵਾਹਿਗੁਰੂ 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 ਵਾਹਿਗੁਰੂ
ਫਲ ਦਿਨਾ। ਜਿੱਦਣ ਫਿਰ ਕਹਿੰਦੇ ਤੇਰੇ ਭੈਣ ਭਰਾ ਭਾਈ ਵਿਚੋਲੇ ਰਿਸ਼ਤੇਦਾਰ ਪਿਛਾਂਹ ਹੋ ਜਾਂਦੇ, ਉਦਣ ਵੀ ਤੇਰੇ ਨਾਲ ਮੈਂ ਹੀ ਲੰਮੇ ਪੈਣਾ, ਲੱਗਣਾ ਹੀ ਪੈਂਦੀਆਂ। ਇਸ ਕਰਕੇ ਉਹ ਕੰਮ ਕਰੋ ਜਿਹੜਾ ਸੋਹਣਾ ਲੱਗਦਾ। ਇਸ ਕਰਕੇ ਧਰਤੀ ਮਾਂ ਨੂੰ ਸ਼ਿੰਗਾਰ ਦਿਓ। ਜੇ 400 ਜੀਣਾ ਤੇ ਆਪਾਂ ਧਰਤੀ ਨੂੰ ਮਾਰਤਾ, ਜੇ ਆਉਣ ਵਾਲੇ ਆਪਣੇ ਪੋਤੀਆਂ ਪੋਤਿਆਂ ਦਾ ਜਿਹੜਾ ਆਉਣ ਵਾਲਾ ਭਵਿੱਖ ਨੇੜੇ ਜਾਏ। ਕਿਉਂਕਿ ਜੋ ਤੁਸੀਂ ਮੱਲਾਂ ਮਾਰੀਆਂ ਸੀ ਉਹਨਾਂ ਤੋਂ ਨਹੀਂ ਵੱਜਣੀਆਂ। ਸਾਰੇ ਨਿੱਕੇ ਨਿੱਕੇ ਬੱਚਿਆਂ ਤੇ ਪੜ੍ਹਾਈ ਦਾ, ਮੇਰਾ ਵੀ ਬੱਚਾ ਹੈ, ਸਾਰਿਆਂ ਦੇ ਉੱਤੇ ਪੜ੍ਹਾਈ ਦਾ ਇੰਨਾ ਪ੍ਰੈਸ਼ਰ ਹੈ ਵੀ ਤੀਜੇ ਦਿਨ ਚੌਥੇ ਬੱਚੇ ਬਿਮਾਰ ਰਹਿੰਦੇ। ਉਹਨਾਂ ਨੂੰ ਕੋਈ ਨਾ ਕੋਈ ਮੈਡੀਸਨ ਆਪਾਂ ਇਨਫੈਕਸ਼ਨ ਹੋ ਗਈ ਜਾਂ ਕੋਈ ਬੱਚੇ ਡਿੱਗਣ ਲੱਗ ਪਏ। ਤੇ ਮੈਂ ਕਈ ਵਾਰੀ ਸੋਚਦਾ ਹੁੰਦਾ, ਚਲੋ ਆਪਾਂ ਕਿਹੜਾ ਬੜੇ ਗਿਆਨੀ ਹੈ, ਕਈ ਵਾਰੀ ਸੋਚੀਦਾ ਵੀ ਜਦੋਂ ਆਪਣਾ ਬਚਪਨ ਸੀ ਕਿੰਨੇ ਤਗੜੇ ਸੀ, ਪਰ ਇਹ ਵਿਚਾਰਿਆਂ ਦਾ ਜੇ ਹਿਸਾਬ ਕਿਤਾਬ ਲਾਈਏ ਤੇ ਜਿੰਨੇ ਕਿ ਇਹਨਾਂ ਬੱਚੀਆਂ ਤੱਕ ਪਹੁੰਚਣਾ ਤੇ ਉਹਨਾਂ ਤੇ ਔਖਾ ਹੀ ਹੋ ਜਾਣਾ। ਕਿ ਉਹਨਾਂ ਤੇ ਆਪ ਨਹੀਂ ਜਿੰਨਾ ਬੈਗ ਦਾ ਭਾਰ, ਤੇ ਭਾਰ ਪਾਇਆ ਕਿੰਨੇ? ਮਾਇਆ ਨੇ। ਵੀ ਹਰ ਬੰਦੇ ਦੀ ਦੌੜ ਲੱਗੀ ਵੀ ਅਜੇ ਬੱਚਾ ਪੈਦਾ ਹੋਇਆ ਤੇ ਪਹਿਲੇ ਸੁਪਨਾ ਲੈ ਲੈਂਦਾ ਵੀ ਆਪਾਂ ਵੀ ਬਾਹਰ ਭੇਜਣਾ, ਛੇਤੀ ਛੇਤੀ ਵੱਡਾ ਹੋਵੇ ਦਰਦ। ਤੇ ਕੀ ਹੈ ਦੁਨੀਆ? ਪਾਲਿਆ ਰੋਲਿਆ ਪੜ੍ਹਾਈ ਤੇ ਬਾਹਰ ਭੇਜਦਾ ਤੇ ਮੁੜ ਕੇ ਫੇਰ ਆਪਾਂ ਰਹਿ ਜਾਣਾ ਇੱਥੇ। ਕਿੱਦਾਂ ਦਾ ਮੋਹ ਵਸਾਇਆ ਰੱਬ ਨੇ, ਪਿਆਰ ਮੁਕਾ ਦਿੱਤਾ। ਉਹ ਇੱਥੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਕਿ ਐ ਅਕਾਲ ਪੁਰਖ ਮੇਰਾ ਬੱਚਾ ਰਾਜੀ ਹੋ ਜੇ, ਜੋ ਭੇਟਾ ਮੇਰੇ ਕੋਲ ਪੁੱਜੂ ਮੈਂ ਚੜਾਵਾਂਗੀ। ਨਮੋ ਕਰੇ ਸ੍ਰੀ ਲਖਮੀ ਬਰਕਾ। ਹਰ ਕਹਿੰਦੇ ਭਾਵਨਾ ਦੇ ਨਾਲ ਭਗਤੀ ਦੇ ਵਿੱਚ ਜੁੜ ਕਰਕੇ ਨਮਸਕਾਰ ਕੀਤੀ ਹੈ ਲక్ష్ਮੀ ਦੇ ਪਤੀ ਪ੍ਰਮਾਤਮਾ ਨੂੰ। ਸੁਤ ਕਰ ਗਹਿ ਕਰ ਬਹਰੋ ਬੋਲੀ। ਔਰ ਇਹਦੇ ਫਿਰ ਗੁਰੂ ਨਾਨਕ ਦਾ ਹੱਥ ਪਕੜਿਆ, ਕਹਿ ਦਿਓ ਸਤਿਨਾਮ। ਮਹਾਰਾਜ ਦਾ ਪਿਆਰਾ ਜਿਹਾ ਹੱਥ ਮਾਣੇ ਆਪਣੇ ਦੋ ਹੱਥਾਂ 'ਚ ਲਿਆ। ਮਾਵਾਂ 100 ਲਾਡ ਗਿੱਲੀ ਥਾਂ ਤੇ ਪੈਂਦੀਆਂ, ਸੁੱਕੀ ਥਾਂ ਤੇ ਕਿੰਨੇ ਚਾਵਾਂ ਨਾਲ ਬੱਚਾ ਪਾਲੀਦਾ, ਪਰ ਜਦੋਂ ਵੱਡੇ ਹੋ ਜਾਂਦੇ ਨਾ ਫਿਰ ਉਸੇ ਮਾਂ ਨੂੰ ਰੋਲ ਕੇ ਰੱਖ ਦਿੰਦਾ। ਜੋ ਬਣਦੀ ਸੇਵਾ ਨਾ, ਮੈਂ ਵੀ ਆਪਾਂ ਸਾਰੀ ਗ੍ਰਸਤੀਆਂ ਕਿ ਇਕੱਲੇ ਰੋਈਦਾ ਵੀ ਜਦੋਂ ਏਦਾਂ ਮਾਂ ਬਾਰੇ ਪੜ੍ਹੀਦਾ ਨਾ ਤੇ ਫਿਰ ਰੋਣ ਆਉਂਦਾ ਕਿ ਜੋ ਬਣਦੀ ਸੇਵਾ ਨਾ ਉਹ ਅਸੀਂ ਕਰ ਨਹੀਂ ਰਹੇ। ਸਾਡੇ ਤੋਂ ਹੋਰ ਵਕਤੀ ਏਦਾਂ ਦਾ ਮਾੜਾ ਚੱਲਣ ਦਿਆ ਕਿ ਹੁਣ ਸਮਾਂ ਸਾਰਿਆਂ ਨੂੰ ਪਤਾ ਮਹਿੰਗਾਈ ਦਾ ਹੈ, ਮਜਬੂਰੀਆਂ 'ਚ ਪੀਸੇ ਪਏ ਸਾਰੇ, ਪਰ ਜਿਹੜਾ ਬਣਦਾ ਸੇਵਾ ਦਾ ਸਮਾਂ ਸੀ ਉਹ ਨਹੀਂ ਅੱਜ ਆਪਾਂ ਸਾਰੇ ਦੇ ਰਹੇ। ਇੰਨਾ ਵੀ ਕੋਈ ਝੂਠ ਜਿੱਦਾਂ ਮਰਜ਼ੀ ਮਾਰੀ ਜਾਵੇ ਪਰ ਸੱਚ ਤੇ ਸੱਚ ਹੈ। ਇਹ ਹਾਲਾਤ ਹੀ ਇਦਾਂ ਦੇ ਜਿੱਦਾਂ ਦੇ ਬਣ ਗਏ ਵੀ ਮਜਬੂਰੀਆਂ ਕਹਿ ਲਓ, ਬੰਦਾ ਚਾਹ ਕੇ ਵੀ ਟਾਈਮ ਨਹੀਂ ਦੇ ਸਕਦਾ। ਜਗੜਿਆ ਹੀ ਇੰਨਾ ਗਿਆ ਕਿਉਂਕਿ ਉਹਦੇ ਪਰਿਵਾਰ ਬੱਚੇ ਮਹਿੰਗਾਈ ਇੰਨਾ ਹੈ ਕਿ ਉਹਨੂੰ ਸਾਹ ਲੈਣਾ ਔਖਾ। ਦਾਲੇ ਬਦਾਲੇ ਭੱਜ ਨੱਸ ਕੇ ਕਰ ਕੁਲ ਕੇ ਫਿਰ ਜਾ ਕੇ ਕਿਤੇ ਪੂਰਾ ਬਣਦਾ ਤੇ ਉਹ ਆਪਣੀ ਥਾਂ ਬੱਚਾ ਰੋਂਦਾ ਹੈ, ਮਾਂ ਪਿਓ ਆਪਣੀ ਥਾਂ ਰੋਂਦਾ ਹੈ। ਮਾਂ ਪਿਓ ਰਿਸ਼ਤੇਦਾਰਾਂ ਕੋਲ ਭੰਡੀ ਜਾਂਦਾ ਹੈ, ਪੁੱਛਦੇ ਨਹੀਂ। ਰਿਸ਼ਤੇਦਾਰ ਕਹਿੰਦੇ ਤੁਸੀਂ ਪੁੱਛਦੇ ਨਹੀਂ। ਇਹ ਫਿਰ ਕਹੀਦਾ ਵੀ 1 ਮਹੀਨਾ ਕੀ 10 ਦਿਨ ਨਾਲ ਰਹੋ ਸਾਡੇ, 10 ਦਿਨ ਸਾਡੇ ਨਾਲ ਰਹੋ ਤੇ ਫਿਰ ਆਪੇ ਸਮਝਿਓ ਵੀ ਗੁਨਾਹ ਕੀਤਾ। ਇਸ ਕਰਕੇ ਹਾਲਾਤ ਇਸ ਤਰ੍ਹਾਂ ਦੇ ਆ। ਪਰ ਮਾਂ ਤ੍ਰਿਪਤਾ ਨੇ ਦੋਵੇਂ ਹੱਥਾਂ 'ਚ ਮੇਰੇ ਨਾਨਕ ਦਾ ਹੱਥ ਪਕੜਨਾ ਕੀਤਾ। ਕਹੋ ਆਪਣੀ ਵੀਰਾ ਖੋਲੀ। ਕਹਿਣ ਲੱਗੇ ਐ ਨਾਨਕ ਮੇਰੇ ਪੁੱਤਰ ਬੋਲ, ਕਿਹੜਾ ਦੁੱਖ ਹੈ ਤੈਨੂੰ? ਤੂੰ ਦੁੱਖ ਤੇ ਦੱਸ, ਪੀੜ ਹੁੰਦੀ ਹੈ, ਸਿਰ 'ਚ ਦਰਦ ਹੁੰਦਾ ਹੈ, ਕੀ ਗੱਲ ਹੈ ਤੈਨੂੰ ਤੂੰ ਬੋਲਦਾ ਨਹੀਂ? ਜਿਸ ਪਰ ਮੈਂ ਕਰਵਾਉਂ ਇਲਾਜਾ। ਕਹਿਣ ਲੱਗੇ ਦੱਸ ਮੇਰਾ ਪੁੱਤਰ, ਕੀ ਨਹੀਂ ਆਪਣੇ ਘਰ 'ਚ ਪਿਤਾ ਤੇਰਾ ਪਟਵਾਰੀ ਹੈ, ਰਾਏ ਬੁਲਾਰ ਦੇ ਨਾਲ ਉਹਦੀ ਯਾਰੀ ਹੈ, ਰਾਜੇ ਮਹਾਰਾਜੇ ਆਪਣੇ ਘਰ ਆਉਂਦੇ ਆ, ਵੱਡੇ ਤੋਂ ਵੱਡੇ ਵੈਦ ਕੋ ਤੇਰਾ ਇਲਾਜ ਕਰਾ ਦੇਵਾਂਗੇ। ਵੇਦ ਬੁਲਾਏ ਵਿਲੰਬ ਬਿਨ ਆਜਾ। ਇਹਦੇ ਇਦਾਂ ਦੀ ਤੇਰੇ ਪਿਤਾ ਦੀ ਸਰਦਾਰੀ ਹੈ ਕਿ ਬਿਨਾਂ ਬੁਲਾਇਆ ਵੀ ਵੈਦ ਆਪਣੇ ਘਰ ਆ ਜਾਂਦੇ ਆ ਤੇ ਆਪਾਂ ਆਪ ਸੱਦ ਕੇ ਲੈ ਆਵਾਂਗੇ। ਪਰ ਹੁਣ ਜਿਹਦੇ ਮੁਖ ਚੋਂ ਇਹ ਸ਼ਬਦ ਨਿਕਲਨੇ ਆ, ਵੈਦ ਕਹੈ ਮੋਹੀ ਭਲਾ ਦਾਰੂ ਮੇਰੇ ਬਸ, ਇਹ ਤਾਂ ਮਸਤ ਗੋਪਾਲ ਕੀ ਜਗ ਭਾਵੈ। ਇਹ ਗੁਰੂ ਨਾਨਕ ਦੀ ਬਾਣੀ ਦੇ ਬੋਲ ਵੀ ਲੋਕੀ ਦਵਾਈਆਂ ਤੇ ਯਕੀਨ ਕਰਦੇ ਵੀ ਤੇ ਆਪਾਂ ਉਦਾਂ ਕਿਤੇ ਅੰਮ੍ਰਿਤ ਵੇਲੇ ਗੁਰੂ ਘਰ ਨਹੀਂ ਆਉਂਦੇ ਤੇ ਕਈ ਵਾਰ ਦੂਰ ਹਸਪਤਾਲ ਹੋਵੇ ਤੇ ਬੰਦਾ 4 ਵਜੇ ਘਰੋਂ ਨਿਕਲ ਪੈਂਦਾ ਵੀ ਛੇਤੀ ਪਰਚੀ ਕਟਾ ਕੇ ਮੇਰੀ ਵਾਰੀ ਆ ਜਾਊ। 4-5 ਵਜੇ ਤੇ ਦਵਾਈ ਲੈਣ ਲਈ ਯਕੀਨ ਆ ਤੇ ਗਏ। ਇੱਥੇ ਬੂਹੇ ਅੱਗੇ ਕਥਾ ਕੀਰਤਨ ਹੋਵੇ ਤੇ ਬੰਦਾ ਕਹਿੰਦਾ ਨਹੀਂ ਅੱਜ ਮੇਰਾ ਦਿਲ ਨਹੀਂ ਕਰਦਾ।
ਨਾਲੇ ਕਿੱਥੇ ਜਾਣਾ, ਰੋਜ਼ ਦਿਹਾੜੀ ਤੇਲ ਪਾਲਣਾ, ਤੇਲ ਬੜਾ ਮਹਿੰਗਾ, ਬੋਲੀ ਰੋਜ਼ ਆਉਣਾ ਸੌਖਾ, ਪਰ ਨਹੀਂ ਸਾਧ ਸੰਗਤ ਬਾਪੂ ਬੜਾ ਦਿੰਦਾ ਜੀ। ਕਿਰਪਾ ਕਰੇ ਕਿਤੇ ਗੁਰੂ ਨੂੰ ਬਾਤੀ ਗੱਲ ਤੇ ਕਿਤੇ ਭਾਵਨਾ ਨਾਲ ਪਰਖ ਤੇ ਕੀ ਸਕਦੇ ਆਪਾਂ, ਕਿਤੇ ਵੇਖ ਵੀ ਲਿਓ ਇਹ ਗੁਰੂ 10 ਗੁਣਾ ਜ਼ਿਆਦਾ ਦਿੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਕਹਿੰਦੇ ਇੱਕ ਅਜਰਾਈਲ ਫਰਿਸ਼ਤਾ, ਇੱਕ ਵੈਦ ਸੀ ਧਨੰਤਰ ਦੀ ਛੋਟੀ ਜੀ ਸਾਕੀ ਹੈ, ਉਹਨੂੰ ਬੜਾ ਮਾਣ ਸੀ ਆਪਣੀ ਦਵਾਈ ਦੀ। ਇੰਨੀ ਸ਼ਰਤੀਆ ਦਵਾਈ ਸੀ, ਕਹਿੰਦਾ ਬੰਦਾ ਮਰਿਆ ਵੀ ਉੱਠ ਪਵੇ। ਇਹਦੇ ਇੱਕ ਦਿਨ ਐਸਾ ਆਇਆ ਕਿ ਉਹਦੀ ਕੁੜੀ ਖਾਨ ਨਾਲ ਕੋਈ ਨੌਜਵਾਨ ਪੂਰਾ ਹੋ ਗਿਆ, ਤੇ ਜਦੋਂ ਨੌਜਵਾਨ ਪੂਰਾ ਹੋ ਗਿਆ ਹੁਣ ਰੱਬ ਭੁੱਲ ਗਿਆ ਨਾ, ਦਵਾਈ ਮੁੱਖ ਰੱਖ ਲਈ। ਤੇ ਉਸ ਵੇਲੇ ਜਦੋਂ ਮਾਂ ਪਿਓ ਆਇਆ, ਕਹਿੰਦੇ ਜੀ ਤੁਹਾਡੀ ਕੁੜੀ ਅਜੇ ਮੂੰਹ ਚ ਪਾਈ ਹੈ ਤੇ ਮੌਤ ਹੋ ਗਈ। ਤੇ ਜਾਂ ਤੇ ਭਰੋਸਾ ਹੁੰਦਾ ਤਾਂ ਫਿਰ ਠੀਕ ਸੀ, ਪਰ ਉਹਦਾ ਅੰਦਰ ਹੰਕਾਰ ਮਾਣ ਨਾਲ ਭਰਿਆ ਸੀ। ਕਹਿਣ ਲੱਗਾ ਵੀ ਏਦਾਂ ਹੋ ਨਹੀਂ ਸਕਦਾ, ਮੇਰੀਆਂ ਕੁੜੀਆਂ ਨਾਲ ਤਾਂ ਬੁੱਢੇ ਦੌੜਨ ਲੱਗ ਪੈਂਦੇ ਐ, ਇਹ ਜਵਾਨ ਕਿੱਦਾਂ ਮਰ ਗਿਆ। ਉਹਨੇ ਆਪਣੀ ਸਾਰੀ ਦਵਾਈ ਗੱਡੇ ਤੇ ਲੱਦੀ ਤੇ ਦਰਿਆ 'ਚ ਸੁੱਟਣ ਚਲੇ ਗਏ। ਕਹਿੰਦਾ ਅੱਜ ਤੋਂ ਬਾਅਦ ਛੱਡ ਦੇਣਾ ਦਵਾਖਾਨਾ, ਕੀ ਫਾਇਦਾ ਇੰਨੇ ਸਾਲ ਗ੍ਰੰਥ ਪੜ੍ਹਿਆਂ ਦਾ, ਮਿਹਨਤ ਕਰਿਆ ਦਾ। ਤੇ ਜਦੋਂ ਦਵਾਈ ਸੁੱਟਣ ਲੱਗਾ ਤੇ ਉਹਨੂੰ ਅਜਰਾਈਲ ਫਰਿਸ਼ਤਾ ਮਿਲਿਆ। ਕਹਿਣ ਲੱਗਾ ਕੀ ਕਰਨ ਲੱਗਾ? ਕਹਿੰਦਾ ਦਵਾਈ ਲੋੜ ਦੇਣੀ ਹੈ। ਕਹਿੰਦੇ ਗੱਲ ਤੇ ਦੱਸ। ਕਹਿੰਦਾ ਮੇਰੀ ਦਵਾਈ ਨਾਲ ਬਜ਼ੁਰਗ ਉੱਠ ਪੈਂਦੇ, ਨੌਜਵਾਨ ਮਰ ਗਿਆ। ਉਹਨੇ ਮੁੱਠ ਖੋਲੀ, ਕਹਿੰਦਾ ਵੇਖ ਨਾ ਦਵਾਈ ਇਹੋ ਹੀ ਹੈ, ਤੇਰੇ ਵਾਲੀ ਹੈ। ਹੁਣ ਉਹ ਮੰਨਿਆ ਵੈਦ ਸੀ, ਉਹਨੇ ਤਾਂ ਬਾਸ਼ਨਾ ਲੈ ਕੇ ਦੱਸਤਾ। ਕਹਿੰਦਾ ਵੀ ਤੂੰ ਕੌਣ ਹੈ? ਤੇ ਮੈਂ ਤੇ ਦਵਾਈ ਵਾਧੂ ਬੰਦੇ ਨੂੰ ਨਾ ਦਿੰਨਾ ਹੀ, ਕਿਹਨੂੰ ਉਨੀ ਦਿਨਾ ਖਾਣ ਜੋਗੀ, ਤੇਰੇ ਕੋ ਕਿੱਦਾਂ ਆਈ? ਕਹਿੰਦੇ ਤੂੰ ਵੈਦ ਹੈ ਤੇ ਮੈਂ ਰੱਬ ਦਾ ਭੇਜਿਆ ਫਰਿਸ਼ਤਾ ਹੈ। ਤੇਰੀ ਡਿਊਟੀ ਲੋਕਾਂ ਨੂੰ ਦਵਾਈ ਦੇਣ ਦੀ ਹੈ ਤੇ ਮੇਰੀ ਡਿਊਟੀ ਲੈ ਕੇ ਜਾਣ ਦੀ। ਤੂੰ ਆਪਣੀ ਡਿਊਟੀ ਕਰਤੀ, ਪਰ ਤੇਰਾ ਕਸੂਰ ਨਹੀਂ, ਤੇਰੀ ਦਵਾਈ ਦਾ ਨਹੀਂ। ਉਹ ਜਿਹਨੂੰ ਦਿੱਤੀ ਸੀ ਉਹਦਾ ਟਾਈਮ ਹੋ ਗਿਆ ਸੀ। ਤੇ ਆ ਵੇਖ, ਕਹਿੰਦੇ ਉਹਨੇ ਦਵਾਈ ਜ਼ਰੂਰ ਖਾਧੀ ਹੈ, ਪਰ ਉਹਦੀਆਂ ਰਗਾਂ ਤੋਂ ਥੱਲੇ ਨਹੀਂ ਮੈਂ ਜਾਣਦੀ। ਦਵਾਈ ਮੇਰੇ ਕੋਲ ਹੈ, ਉਹਨੂੰ ਮੈਂ ਉੱਪਰ ਲੈ ਗਿਆ। ਇਹ ਸਿੱਧ ਹੁੰਦਾ ਕਬੀਰ ਸਾਹਿਬ ਦੇ ਸ਼ਲੋਕ ਵਿੱਚ, ਵੈਦ ਕਹੈ ਮੋਹੀ ਭਲਾ ਦਾਰੂ ਮੇਰਾ, ਇਹ ਤਾਂ ਵਸਤ ਗੋਪਾਲ ਕੀ। ਜੇ ਦਵਾਈਆਂ ਨਾਲ ਬੰਦੇ ਬਚਦੇ ਹੁੰਦੇ ਤੇ ਬੜੇ ਬੜੇ ਮੰਤਰੀ ਤਾਂ ਬਾਹਰ ਨਹੀਂ, ਉਹ ਤਾਂ ਬਾਹਰੋਂ ਅਮਰੀਕਾ ਚ ਇਲਾਜ ਕਰਾ ਲੈਂਦੇ ਆ। ਤੋ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਚੋਪੜੇ ਹੱਸੀ ਜਾ ਰਹੇ। ਕਹਿੰਦੇ ਮਾਂ ਕੀ ਗੱਲ ਹੈ? ਕਹਿੰਦੇ ਪੁੱਤ ਮੇਰੇ ਅੰਦਰ ਨੂੰ ਦੁੱਖ ਭਰਦਾ ਹੈ, ਜੇ ਤੂੰ ਅੱਗੋਂ ਮਜ਼ਾਕ ਪਿਆ ਕਰਦਾ ਹੈ। ਮਾਸਟਰ ਗਰੀਬ ਦੀ ਬੁੱਲ ਨਾ ਥਾ। ਮੈਂ ਲੱਗੇ ਮਾਰੇ ਚੁੱਪ ਕਰਕੇ ਬੈਠੇ ਬੇਦੀ ਕੁਲ ਦੇ ਨਾਥ ਗੁਰੂ ਨਾਨਕ ਦੇਵ ਮਹਾਰਾਜ। ਉਦਰ ਨਾ ਦੇਹ ਕੋ ਜਨਨੀ ਸਾਥਾ। ਔਰ ਕਹਿੰਦੇ ਕੋਈ ਸਾਥ ਨਹੀਂ ਮਾਂ ਦਾ ਦੇਂਦਾ, ਨਾ ਹਾਂ ਨਾ ਹੂੰ, ਨਾ ਅੱਗੇ ਨਾ ਪਿੱਛੇ ਮਾਂ ਤਰਲੇ ਲੈ ਰਹੀ ਹੈ। ਸੁਧ ਲੇਵਨ ਆਵੈ ਸਭ ਗਿਆਤੀ। ਔਰ ਕਹਿੰਦੇ ਬੜੇ ਜਾਣੇ ਪਤਾ ਵੀ ਲੈਣ ਆਉਣ ਲੱਗ ਪਏ, ਕਿਉਂਕਿ ਇਹੋ ਜਿਹਾ ਕੰਮ ਤੇ ਆਪਾਂ ਲੱਭੀ ਕਈ ਵੇਖਿਆ ਨਾ, ਪਤਾ ਲੈਣ ਆਏ ਵੀ ਪਤਾ ਨਹੀਂ ਕੀ ਕੁਝ ਕਰ ਜਾਂਦੇ ਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਜਿਹੜੇ ਵਿਹਲੇ ਹੁੰਦੇ ਉਹ ਤਾਂ ਲੱਭਦੇ ਰਹਿੰਦੇ, ਕੋਈ ਡਿੱਗੇ ਡੁੱਗੇ ਤੇ ਪਤਾ ਲੈਣ ਚੱਲੀਏ। ਜਿਨ ਕੋ ਨਹਿ ਆਸਰੀਤ ਸੁਹਾਤੀ। ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕੀ ਰੀਤੀ ਸੰਸਾਰ ਦੀ, ਕਿ ਇੱਕ ਬੰਦਾ ਆਪਣੀ ਮੌਜ ਵਿੱਚ ਜਿਹੜੇ ਪਤਾ ਲੈਣਾ ਹੈ ਕਿ ਨਾਰਾਜ਼ੀ ਕਰ ਦੇਣਾ। ਉਹਦਾ ਆਪਾਂ ਇੱਕ ਸੱਚ ਵੀ ਮਾਫ ਕਰੇ। ਮੇਰੀ ਜ਼ਿੰਦਗੀ ਦਾ ਤਜਰਬਾ ਹੈ, ਬਹੁਤ ਹੀ ਆਪਾਂ ਲੋਕ ਇਲਾਜ ਨੂੰ ਜਾਈਦਾ। ਤੁਹਾਨੂੰ ਪਤਾ ਕਿਸੇ ਦੇ ਸੱਟ ਲੱਗੀ ਜਾਂ ਕੋਈ ਬਿਮਾਰ ਹੋਵੇ ਤੇ ਦਿਲੋਂ ਕੋਈ ਹੁੰਦਾ ਕਿ ਬਹੁਤ ਇਹੋ ਹੀ ਕਹਿੰਦੇ ਵੀ ਜਾਈਏ, ਮੁੜ ਕੇ ਅਗਲਾ ਠੀਕ ਹੋ ਗਿਆ ਤੇ ਮੂੰਹ ਨਹੀਂ ਦਿਖਾਉਣਾ। ਇੱਦਾਂ ਹੀ ਕਹਿੰਦੇ ਉਹਨਾਂ ਨੇ। ਜੇ ਕਿਸੇ ਕੋਲ ਮਰ ਗਿਆ ਤਾਂ ਵੀ ਆਪਾਂ ਕਹਿੰਦਾ 2 ਮਿੰਟ ਜਾਈਏ, ਜਦੋਂ ਮੁੜ ਕੇ 4 ਦਿਨ ਬਾਅਦ ਅਗਲਾ ਮਿਲਿਆ ਕੀ ਮੂੰਹ ਦਿਖਾਵਾਂਗੇ। ਜੇ ਕਿਸੇ ਵਿਆਹ ਦੀ ਗੱਲ ਤਾਂ ਆਪਾਂ ਕਹਿੰਦਾ ਵੀ ਨਾ ਪਿਆਰ ਰੁਪਈਆ 200 ਹੈ, ਨਹੀਂ ਤੇ ਅਗਲੇ ਨੇ ਕਹਿਣਾ ਵੀ ਕੰਜੂਸ ਆਇਆ ਜੀ। ਇਹਦਾ ਮਤਲਬ ਪਿਆਰ ਸੱਚਾ ਨਹੀਂ ਹੈ। ਲੋਕ ਲਾਜ ਨੂੰ ਮੁੱਖ ਰੱਖਦਾ ਹੋਇਆ ਰਿਸ਼ਤੇ ਨਿਭਾਉਂਦਿਆ ਬੰਦਾ ਕੋ ਸਤਨਾਮ ਸ੍ਰੀ। ਇਸ ਕਰਕੇ ਇਸ ਰਿਸ਼ਤਿਆਂ ਦੀ ਦੁਨੀਆ ਤੋਂ ਆਜ਼ਾਦ ਧੰਨ ਮੇਰੇ ਗੁਰੂ ਰਾਮਦਾਸ ਸਮਾਂ ਆਪਣੇ ਕੋ ਕੀਮਤੀ। ਹੁਣ ਉਧਰ ਨੂੰ ਚਲੇ ਗਏ। ਧੰਨ ਮੇਰੇ ਪਾਤਸ਼ਾਹ ਦੀ ਕਥਾ ਤਕਰੀਬਨ ਤੁਸੀਂ ਸੁਣੀ ਹੈ। ਵਕਤ ਮਹਾਰਾਜ ਦਾ ਚੂਨਾ ਮੰਡੀ ਲਾਹੌਰ ਦੀ ਧਰਤੀ ਤੇ ਰਾਮ ਹੁੰਦਾ ਏ। ਹੁਣ ਜਿਹੜੇ ਆਪਣੇ ਚ ਦੁਖੀ ਬੈਠੇ ਆ ਨਾ, ਆਪਣੇ ਆਪ ਨੂੰ ਕਹਿੰਦੇ ਸੀ ਮਾਂ ਦੁਖੀ ਹੈ, ਉਹ ਜਰਾ ਧਿਆਨ ਨਾਲ ਸੁਣਨਾ। ਤਾਂ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਲਾਹੌਰ ਦੀ ਧਰਤੀ ਤੇ ਆਗਾਜ਼ ਹੁੰਦਾ ਹੈ।
ਇਤਿਹਾਸ ਕਹਿੰਦਾ ਪੰਨੇ ਕਿਦਾਂ ਦੇ ਐ, ਇੱਕ ਦਿਨ 2 ਦਿਨ ਕਰਦਿਆਂ 2.5 ਸਾਲ ਲੰਘ ਗਏ। 2.5 ਸਾਲਾਂ ਦੇ ਬਾਅਦ ਐਸਾ ਭਾਣਾ ਉਸ ਘਰ ਦੇ ਵਿੱਚ ਵਾਪਰਿਆ, ਜਿਹੜੀ ਮਾਂ ਆਈ ਜੇਠੇ ਨੂੰ ਸਵੇਰੇ ਉਠਾ ਕੇ ਮੁੱਖ ਧੋਂਦੀ ਸੀ, ਮੱਥਾ ਚੁੰਮਦੀ ਸੀ, ਨਵਾਉਂਦੀ ਸੀ, ਅੱਜ ਉਸ ਮਾਂ ਨੇ ਏਦਾਂ ਦੀ ਚੁੱਪ ਵੱਡੀ ਹੈ, ਉਹ ਬੋਲਦੀ ਨਹੀਂ। ਦਿਨ ਚੜ੍ਹ ਆਇਆ, ਭਾਈ ਹਰਦਾਸ ਜੀ ਉੱਠੇ, ਕਹਿਣ ਲੱਗੇ ਦਇਆ ਕੌਰ ਅੱਜ ਕੀ ਗੱਲ ਤੁਸੀਂ ਉੱਠੇ ਨਹੀਂ ਹੈ, ਬੱਚਾ ਰੋ ਰਿਹਾ ਹੈ। ਪਰ ਜਦੋਂ ਜਾ ਕੇ ਵੇਖਿਆ ਤੇ ਉੱਡ ਗਿਆ ਭੌਰ ਤੇ ਪਿੰਜਰਾ। ਸਖਣਾ ਮਾਤਾ ਜੀ ਕਾਲ ਚਲਾਣਾ ਕਰ ਗਏ ਤੇ ਗੁਰੂ ਰਾਮਦਾਸ ਜੀ ਨਾਲ ਲੰਮੇ ਪਏ। ਹੁਣ ਦਰਸ਼ਨ ਕਰਿਓ। ਤੇ ਜਦੋਂ ਫਿਰ ਵੇਖਿਆ ਧੜਕਣ ਰੁਕੀ ਹੋਈ ਤੇ ਬਾਬਾ ਹਰਦਾਸ ਜੀ ਦੇ ਨੇਤਰਾਂ 'ਚ ਹਲ ਵਹਿ ਤੁਰਿਆ, ਕਿਉਂਕਿ ਬੱਚਾ ਛੋਟਾ ਹੋਵੇ ਜ਼ਿੰਮੇਵਾਰੀ ਬੜੀ ਤਕੜੀ ਪੈ ਜਾਂਦੀ ਹੈ। ਉਸ ਵੇਲੇ ਕਹਿੰਦੇ ਭੁੱਖ ਲੱਗੀ ਹੈ, ਭਾਈ ਜੇਠੇ ਨੂੰ ਉੱਚੀ ਉੱਚੀ ਮਾਂ ਮਾਂ ਕਹਿ ਕੇ ਰੋਇਆ। ਕਿ ਹੁੰਦੀ ਸੀ ਤੇ ਕਿਤੇ ਰੋਣ ਦਿੰਦੀ ਸੀ? ਕਿਸੇ ਨੇ ਐਵੇਂ ਥੋੜਾ ਕਿਹਾ ਮਾਂ ਮਰੇ ਤੇ ਪੇਕੇ ਹੀ ਮੁੱਕ ਜਾਂਦੇ, ਪਿਓ ਮਰੇ ਘਰ ਸ਼ਾਲਾ ਮਰਨ ਨਾਲ ਵੀਰ ਕਿਸੇ ਦੇ ਉਜੜ ਜਾਂਦਾ। ਕਹਿਣ ਲੱਗੇ ਉਸ ਵੇਲੇ ਬਾਬਾ ਹਰਦਾਸ ਜੀ ਨੇ ਭਾਈ ਜੇਠਾ ਜੀ ਜਿਨ੍ਹਾਂ ਨੇ ਗੁਰੂ ਰਾਮਦਾਸ ਬਣਨਾ ਏ, ਉਹਨਾਂ ਨੂੰ ਆਪਣੀ ਛਾਤੀ ਨਾਲ ਲਾਇਆ। ਪਹਿਲਾਂ ਜਾ ਕੇ ਦੁੱਧ ਗਰਮ ਕੀਤਾ, ਪਹਿਲਾਂ ਬੱਚਾ ਚੁੱਪ ਕਰਾਇਆ ਤੇ ਫਿਰ ਸ਼ਰੀਕੇ ਭਾਈਚਾਰੇ ਨੂੰ ਹੌਲੀ ਹੌਲੀ ਦੱਸਿਆ ਕਿ ਮੇਰੇ ਘਰ ਭਾਣਾ ਵਾਪਰ ਗਿਆ। ਵਕਤ ਕਿਦਾਂ ਦਾ ਕਹਿੰਦੇ ਜਦੋਂ ਫਿਰ ਦੁੱਧ ਪੀ ਲਿਆ ਨਾ, ਉਮਰ ਛੋਟੀ ਸੀ ਤੇ ਜਾ ਕੇ ਆਪਣੀ ਮਾਂ ਦੇ ਚਿਹਰੇ ਤੇ ਹੱਥ ਫੇਰਦੇ ਐ ਭਾਈ ਜੇਠਾ ਜੀ, ਉਹਨੂੰ ਉਠਾਉਂਦੇ ਆ, ਕਿਉਂਕਿ ਬੱਚਾ ਜਦੋਂ ਮਰਜੀ ਹੋਵੇ ਮਾਂ ਬੜੀ ਪਿਆਰੀ ਚੀਜ਼ ਹੈ। ਪਰ ਜਿਹੜੇ ਚਲੇ ਗਏ ਉਹਨੂੰ ਉੱਠਣਾ ਕਿੱਥੋਂ ਹੈ? ਬੜਾ ਤੇ ਕਰਦੇ, ਸੰਗਤਾਂ ਵੀ ਰੋ ਰਹੀਆਂ ਕਿਉਂਕਿ ਵੈਸੇ ਵੀ ਇਦਾਂ ਦੀ ਕੰਡੀਸ਼ਨ ਵੇਖੀ ਨਹੀਂ ਜਾਂਦੀ। ਪਰ ਮੇਰਾ ਗੁਰੂ ਰਾਮਦਾਸ ਤੁਹਾਨੂੰ ਕੁਝ ਦੇਣ ਆਇਆ ਸੰਗਤ, ਵੀ ਕਦੇ ਡੋਲਿਆ ਨਾ ਕਰੋ। ਮਹਾਰਾਜ ਸਾਹਿਬ ਆਪ ਵੇਖਿਓ, ਹੁਣ ਕਹਿੰਦੇ ਸੰਸਕਾਰ ਨੂੰ ਲੈ ਕੇ ਗਏ ਤੇ ਮਹਾਰਾਜ ਨਾਲ ਗਏ, ਸਾਰਾ ਕੁਝ ਦੇਖ ਰਿਹਾ, ਉਮਰ ਛੋਟੀ ਹੈ। ਫਿਰ ਕਹਿੰਦੇ ਘਰ ਆਏ, ਅੱਜ ਹੋਰ ਭਲ ਘੋਰ। ਬਾਬਾ ਹਰਦਾਸ ਜੀ ਨੇ ਨਾਲ ਹੀ ਲੈ ਜਾਣਾ ਕੰਮ ਤੇ, ਜੋ ਵੀ ਰੁਜ਼ਗਾਰ ਕਰਦੇ ਸੀ, ਕਿਉਂਕਿ ਘਰੇ ਸਾਂਭਣ ਵਾਲਾ ਕੋਈ ਨਹੀਂ ਹੈ। ਭੈਣ ਭਰਾ ਵੀ ਸੁੱਖਾਂ ਦੇ ਹੀ ਹੈ। ਜਦੋਂ ਵੀਜੇ ਵੂਜੇ ਲੱਗੇ ਹੁਣ 4 ਪੈਸੇ, ਉਦੋਂ ਸਾਰੇ ਮੰਜਿਆਂ ਤੇ ਬੈਠੇ, ਤੇ ਜਦੋਂ ਗਰੀਬੀ ਹੋਵੇ ਤੇ ਉਦੋਂ ਕਹਿੰਦੇ ਨਹੀਂ ਸਾਡਾ ਤੇ ਦੂਰ ਦਾ ਰਿਸ਼ਤੇਦਾਰ ਹੈ। ਤੇ ਜਦੋਂ ਚੰਗੇ ਦਿਨ ਆ ਜਾਣ ਤੇ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਹੋ ਕੇ ਪਰਖੇ ਜਾਣ ਰਿਸ਼ਤੇਦਾਰ ਸੱਜਣ। ਜਦੋਂ ਬਾਜੀ ਪੁੱਠੀ ਪੈਂਦੀ, ਮੈਂ ਆਪਣੀ ਜ਼ਿੰਦਗੀ 'ਚ ਬੜਾ ਕੁਝ ਵੇਖਿਆ ਕਿ ਦੁਨੀਆ ਬਦਲਦੀ ਵੇਖੀ ਸਾਹਮਣੇ ਅੱਖਾਂ ਦੇ, ਇਹ ਬਦਲਦੀ ਵੀ ਆ। ਤੋ ਇਸ ਕਰਕੇ ਸਾਧ ਸੰਗਤ ਜੀ ਮਾਰੇ ਸੱਚੇ ਪਾਤਸ਼ਾਹ ਦਾ ਮੀਂਹ ਪਾਉਣ ਤੇ ਉਸ ਵਕਤ ਫਿਰ ਹੌਲੀ ਹੌਲੀ ਦਰਦ ਘਟਦਾ ਘਟਦਾ 7 ਵਰਿਆਂ ਦੇ ਹੋ ਗਏ ਭਾਈ ਜੇਠਾ ਜੀ। ਇਹ ਅੱਜ ਇੱਕ ਹੋਰ ਭਾਣਾ ਵਾਪਰ ਗਿਆ। ਜਿਹੜਾ ਬਾਪੂ ਉੱਠ ਕੇ ਉਠਾਉਂਦਾ ਹੁੰਦਾ ਸੀ, ਦੁੱਧ ਗਰਮ ਕਰਕੇ ਲਿਆਉਂਦਾ ਸੀ, ਅੱਜ ਭਾਈ ਜੇਠਾ ਜੀ ਉੱਠ ਕੇ ਪਰ ਬਾਪੂ ਨਹੀਂ ਉੱਠਿਆ। ਕਹਿਣ ਲੱਗੇ ਕਿ ਭਾਈ ਜੇਠਾ ਜੀ ਦੇ ਜੀਵਨ ਬਾਰੇ ਇਤਿਹਾਸ ਕਿਉਂਕਿ ਗੁਰੂ ਹੀ ਲਿਖਾਉਂਦਾ, ਕਿਰਪਾ ਨਾਲ ਇਹ ਇਤਿਹਾਸ ਭਾਵਨਾ ਨਾਲ ਲਿਖੇ ਜਾਂਦੇ। ਹੁਣ ਉਸ ਵੇਲੇ ਕੋਲੇ ਥੋੜਾ ਸੀ ਕੋਈ, ਪਰ ਗੁਰੂ ਸਿਰ ਤੇ ਜਿੱਦਾਂ ਭਾਈ ਸੰਤੋਖ ਸਿੰਘ ਨੇ ਕਥਾ ਲਿਖੀ ਹੈ, 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਕੇਸੀ ਇਸ਼ਨਾਨ ਕਰਕੇ। 1.25 ਲੱਖ ਪਾਠ ਤੋਂ ਬਾਅਦ ਅਰਦਾਸ ਕਰਕੇ ਕਲਮ ਚੁੱਕੀ ਸੀ ਕਿ ਸਤਿਗੁਰੂ ਤੇਰਾ ਇਤਿਹਾਸ ਪਵਿੱਤਰ ਹੈ, ਕਿਤੇ ਮੇਰੇ ਤੋਂ ਵਾਧਾ ਘਾਟਾ ਨਾ ਹੋ ਜਾਏ। ਉਸ ਵੇਲੇ ਭਾਈ ਜੇਠਾ ਜੀ ਇੱਕ ਦਰਦ ਸਮਝਿਓ ਸਕਦੇ ਉੱਠੇ ਹੈ। ਕਈ ਵਾਰੀ ਪਿਆਰ ਹੋਵੇ ਨਾ ਬੰਦਾ ਦੋਵਾਂ ਪਤੀ ਪਤਨੀ ਦਾ, ਹੁਣ ਅਸੀਂ ਵੀ ਆਪਾਂ ਤੜਕੇ ਉੱਠਦੇ, ਕਈ ਵਾਰੀ ਬੰਦਾ ਹੌਲੀ ਜਿਹੀ ਉੱਠਦਾ ਵੀ ਇਹ ਨਾ ਉੱਠਣ ਲੱਗ ਗਏ ਵਾਲੇ, ਮੇਰਾ ਤਾਂ ਨਿੱਤ ਦਾ ਕੰਮ ਹੈ। ਕਈ ਵਾਰੀ ਇਸ਼ਨਾਨ ਕਰ ਲਈਦਾ, ਆਪੇ ਚਾਹ ਪਾਣੀ, ਕਈ ਵਾਰੀ ਜੇ ਭਾਂਡਾ ਖੜਕੇ ਫਿਰ ਜਾਗ ਖੁੱਲ ਜਾਂਦੀ ਹੈ। ਇੱਕ ਪਿਆਰ ਹੁੰਦਾ, ਹੋਰ ਉੱਥੇ ਕਿਹੜਾ ਰੋਹ ਮਾਰਨਾ ਹੁੰਦਾ। ਜ਼ਿੰਦਗੀ 4 ਦਿਨਾਂ ਦੀ ਕੱਢ ਜੋ ਵੀ ਜੇ ਆਪ ਦੀ ਡਿਊਟੀ ਜੀ ਅਗਲੇ ਨੂੰ ਉਠਾ ਕੇ ਭਾਤਾ ਸਾਰੇ ਟੱਬਰ ਨੂੰ ਤੇ ਬਦਲਾ ਹੀ ਲੈਣੀ, ਕਿਉਂਕਿ ਸਾਰੇ ਪ੍ਰੇਮੀ ਨਹੀਂ, ਤੁਸੀਂ ਸਾਰੇ ਅੰਮ੍ਰਿਤ ਵੇਲੇ ਉੱਠਦੇ ਹੋ। ਜਿਹੜੇ ਜਗਿਆਸੂ ਬੜਾ ਸੰਕੋਚ ਕੇ ਉੱਠਦੇ ਆ ਵੀ ਮੇਰੇ ਲਾਗੇ ਕਹਿੰਦਾ ਜੇ ਦਿਲ ਹੀ ਦਿਖਾਤਾ ਤੇ ਮੇਰਾ ਗੁਰਦੁਆਰੇ ਗਿਆ ਕੀ ਹੈ। ਇਹ ਬੜੀ ਵੱਡੀ ਚੀਜ਼ ਹੈ। ਤੋ ਇਸ ਕਰਕੇ ਅੱਜ ਕਹਿੰਦੇ ਭਾਈ ਜੇਠਾ ਜੀ ਉੱਠੇ ਆ ਤੇ ਮਨ ਚ ਆਇਆ ਵੀ ਅੱਜ ਬਾਪੂ ਨੂੰ ਨਹੀਂ ਉਠਾਉਣਾ, ਅੱਜ ਮੈਂ ਆਪ ਹੀ ਸਭ ਕੁਝ ਕਰਨਾ। ਕਹਿੰਦੇ ਨਿੱਕੇ ਨਿੱਕੇ ਹੱਥਾਂ ਨਾਲ ਆਪੇ ਜਲ ਛਕ ਲਿਆ। 7 ਸਾਲ ਦੀ ਉਮਰ ਹੈ, ਤੁਸੀਂ ਜਾਣਦੇ ਹੋ ਬੱਚੇ ਹੁਣ ਤਾਂ ਕਾਫੀ ਤੇਜ਼ ਹੈ, ਪਰ ਖੁਦਾਈ ਨੂਰ ਸੀ, ਸਾਰਾ ਕੁਝ ਆਪੇ ਕਰ ਕੇ ਨਾ ਕਹਿੰਦੇ ਉੱਠੋ ਬਾਪੂ ਅੱਜ ਪਾਣੀ ਤੁਸੀਂ ਨਹੀਂ ਮੈਂ ਪਿਆਉਣਾ ਹੈ। ਜਦੋਂ ਹਲਾਇਆ
ते अंदर पाड़ जाता कि उम्र किन्नी सी मेरे पातशाह दी, पापा बापू बापू करदे पर हरदास जी अज नहीं बोलते। जो फिर इदा करदिया नहीं बोले, हाथ चों गिलास डिग पिया, एक चीख वजी है, शरीका भाईचारा भज के आया। एक महाराज कहते अज बापू उठदा नहीं। जदों उन्होंने नबज चेक की उथे फिर अज एक घाट महसूस हुई कि जिदन मां की नबज रुकी सी ना, उदन कोई सी जिहड़ा छाती नाल लाउण वाला सी। अज बापू की नबज रुकी पर अज सारे आ गए, पर जेड़े प्यार नाल वाहिगुरू गुरु गरीब नवाज पातशाह किरपा कर महसूस करिए तो औखा हो जाता। साध संगत जी इस कोई शक नहीं, माफी दे देनी, क्योंकि जिहदे नाल जिंदगी च होए उन्होंने औखा हो जाता। तो कहते फिर उस वेले आए तो सारे जरूर, पर जिदन मां पूरी हुई सी उदन कोई सी जिन्हें फटाफट लोगों को दसन तो पहला चुप करा के दुध पिया के टिकाने बहाता सी। अज गिलास थले पिया, रौला पै गया, घर वेला हो गया, सारा शरीका भाईचारा इकट्ठा होया, सराहने बैठे है गुरु रामदास। देख रहे कि किदां दा समा है। तो उस वक्त सारे इकट्ठे हुए ते बासर के गिला इथों नानी मां गई, क्योंकि माता दयापुर इथों दी है, ते फिर भी लहू नूं लहू मार करदा। साध संगत जो मर्जी होवे, ਜਦੋਂ वक्त पैंदा उदों फिर अपने याद आउंदे। भावें किन्ने भरा लड़े होवे, एक दूजे ते गोली चली होवे, पर ਜਦੋਂ वक्त आउंदा भरा ही भैणा ही आके बाहां बनदे हैं, च कोई शक नहीं। कोई विरला ही हो, नहीं ते कोई तमाशा वेंदे है। उस वेले सारा परिवार ते नानी मां आई, भाई हरदास जी का संस्कार किया। उम्र 70 साल की है कि आप मारे कहते पुत तू तीली ला, हथी संस्कार करदे, अंबर रोंदा धरती रोंदी। मैं तां सांझ पाई कि गुरु रामदास जी कथा जे कोई सुन ले ना पढ़ ले तो कहेगा कि नहीं मेरे वर्गा वीर ही कोई नहीं, और सारे कह देंगे। उस वेले फिर नानी मां आई, सारी समाप्ति हुई ते भैणा शरीके भाईचारे ने सलाह की, क्योंकि वैसे भी अज भी इदां दे मौजूद है कि अगले दे घर दुख हुंदा, कईयां दी जड़ मचदी, शरीके वालियां भैणां भूणां इकट्ठियां होईयां, कोई दो रखण कोई चक्कण, इन्दियां भैणों सलाह कर लो, ये बीबी भी बुरड़ी है ते कोई रिश्तेदार नहीं, ते किते भुल भुलेखे भाई जेठे नूं अपने घरे ना लै जाओ। ते कुछ भैणां दर्द वालियां कहदियां भी खिरकी जिथे अपने बच्चे आपां, कहदियां नहीं 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 ये तां है ही मनहूस, ये तो पता नहीं किदां दा बच्चा है। जो आप आया पहला मां लै गया, 4 साल नहीं पे पिता लै गया। आ शब्द मिले लाहौर की धरती तो, ताइयों महाराज ने बाणी च लिखिया लाहौर शहर जहर कहर सवा पैर, बाणी दी वजह। तो उस वेले महाराज साहब नूं किसी ने अगे होके नहीं चुकिया, सारे पिछां हो गए। नानी ने कपड़े बंधे पंड च, सारे भैन भरा चले गए ते कहने लगी पुत चल चलिए तू मेरे नाल चल। मोह सी घर दा, जदों कुंडा मारन लगे, जिन्ना कथा लिखी कमाल दी, ਇਹਦੇ ਬੂਹਾ ਮਾਰਨ ਲੱਗੇ ਤੇ ਪਿਆਰੀ ਜੀ ਆਵਾਜ਼ ਨਾਲ ਕਹਿਣ ਲੱਗੇ ਨਾਨੀ ਮਾਂ ਉਹਨੇ ਬੂਹਾ ਕਦੋਂ ਖੁੱਲੂਗਾ, ਸਾਡੇ ਘਰ ਦਾ ਬੂਹਾ ਕਦੋਂ ਖੁੱਲੂਗਾ। ਨਾਨੀ ਦੀ ਧਾਰ ਨਿਕਲ ਗਈ, ਕਹਿੰਦੀ ਪੁੱਤ ਜੇਠਿਆ ਤੇ ਉਹ ਹੀ ਜਾਣਦਾ ਜਿਹਨੇ ਬੰਦ ਕੀਤਾ, ਇਹ ਤਾਂ ਉਹਦੇ ਹੱਥ ਦੋਰਾ ਜਿਹਨੇ ਤੇਰੇ ਘਰ ਦਾ ਬੂਹਾ ਅੱਜ ਬੰਦ ਕਰਤਾ, ਪੁੱਤ ਉਹ ਹੀ ਖੋਲੂਗਾ। छाती ना ला के चलती चलती बस के गिला आ गई, क्योंकि उदों अमृतसर शहर नहीं वसिया, ये शहर गुरु रामदास ने वसाना है। उदों एक कस्बा पिंड है, उत्थे आके वसन लग पे। इतिहास का सारा ही बराग गई, जो गुरु रामदास का इतिहास पढ़ के सुनाना होवे ना, कि पढ़दियां कलियां कोई अखां भेजी जांदियां ते सुनाना की बोलिया नहीं जाते, क्योंकि दुख ही ने। जदों सबूए तो पंड लैके तुरे, किते वक्त होएगा पढ़ियो गुरु रामदास की बाणी। हम रुलते फिरते, हम रुलते फिरते, हम रुलते फिरते, हम रुलते फिरते, कोई बात ना पूछता, कोई बात ना पूछता, बात
ਸਾਧ ਸੰਗਤ ਸਲੀਕਾ ਬੜਾ ਮਾੜਾ, ਰੱਬ ਨੂੰ ਭੁੱਲਦੀ। ਹੁਣ ਇੱਥੇ ਵੀ ਘਟਨਾ ਘਟੀ, ਬੱਚੇ ਸੀ ਦਿਲ ਕਰਦਾ ਕਿ ਮਾਂ ਨਾਨੀ ਮੈਂ ਖੇਡ ਆਵਾਂ, ਜੇ ਜਾ ਮੇਰਾ ਪੁੱਤ ਖੇਡਿਆ। 5-4 ਮਿੰਟ ਬਾਅਦ ਵੇਖਿਆ ਤੇ ਹੁਣ ਤੁਹਾਡੇ ਕੋਲ ਬੱਚੇ ਆ ਨਾ, ਇਹ ਨਾ ਸਮਝੋ ਮੈਂ ਇਮੋਸ਼ਨਲ ਕਰਦਾ, ਪਰ ਬਸ ਨਹੀਂ, ਪਤਾ ਨਹੀਂ ਕਿਉਂ ਅੱਜ ਪਹਿਲੀ ਵਾਰ ਮੈਂ ਬੋਲ ਨਹੀਂ ਪਾ ਰਿਹਾ, ਕਿਉਂਕਿ ਪਤਾ ਨਹੀਂ ਖਰੇ ਹੁਣ ਬੱਚਿਆਂ 'ਚ ਰਹਿੰਦੇ ਤਾਂ ਕਰਕੇ। ਪਹਿਲਾਂ ਬੱਚਿਆਂ ਵਾਲੇ ਨਹੀਂ ਸਹੂਲਤਾਂ ਸਨ, ਕੁਆਰੀ ਸਨ, ਆਪਣੇ ਨੂੰ ਹੈਗੇ ਆ। ਤੇ ਜਦੋਂ ਸਕੂਲ ਦਾ ਟਾਈਮ ਹੁੰਦਾ ਤੇ ਆਪਾਂ ਕਹਿੰਦਾ ਵੀ ਛੁੱਟੀ ਹੋਣੀ, ਜਾਓ ਜੀ ਲੈ ਆਓ। ਉਹਦੇ ਮੋਹ ਜਾਗ ਪੈਂਦਾ। ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਮੰਜੀ ਪ੍ਰਤੀਜੀ ਤੇ ਲੱਤਾਂ ਮੁਕਾ ਕੇ ਬੈਠੇ ਰੋ ਰਹੇ। ਜਦੋਂ ਨਾਨੀ ਦੀ ਨਿਗਾਹ ਪਈ ਤੇ ਭੱਜ ਕੇ ਕੀਤੀ, ਪੁੱਤ ਜੇਠੇ ਕੀ ਹੋਇਆ ਮੇਰੇ ਪੁੱਤ, ਕਾਤੋਂ ਰੋਂਦਾ ਪਿਆ, ਮੈਂ ਮਰ ਜਾ, ਤੂੰ ਤਾਂ ਖੇਡਣ ਗਿਆ ਸੀ। ਇਹਦੇ ਮਾਂ ਮੈਂ ਸੱਚੀ ਖੇਡਦਾ ਸੀ, ਪਰ ਜਿੰਨਾ ਬੱਚਿਆਂ ਨਾਲ ਖੇਡਦਾ ਸੀ ਨਾ, ਉਹਨਾਂ ਦੀਆਂ ਮਾਵਾਂ ਆਈਆਂ, ਆਪੋ ਆਪਣੇ ਬੱਚੇ ਚੁੱਕ ਕੇ ਲੈ ਗਏ। ਮਾਂ ਮੈਂ ਮਗਰ ਗਿਆ ਘਰੇ ਤੇ ਮੈਨੂੰ ਵੇਖ ਕੇ ਬੂਆ ਟੋਕੀ ਤੇ ਭੱਜਿਆ। ਜਿਨ੍ਹਾਂ ਨਾਲ ਇਦਾਂ ਹੋਈ ਹੋਵੇ ਤੇ ਕੀ ਕਰੂ, ਕਿਤੇ ਭੱਜਿਆ ਇੱਥੋਂ। ਤੇ ਮੈਂ ਕਿਹਾ ਮੈਂ ਖੇਡਣਾ ਏ। ਬੱਚੇ ਉਹਨਾਂ ਦੇ ਵੀ ਰੋਂਦੇ ਸੀ, ਅਸੀਂ ਖੇਡਣਾ, ਸਾਡਾ ਮਿੱਤਰ ਹੈ ਜੇਠਾ। ਪਰ ਮਾਂ ਪਤਾ ਉਹਨਾਂ ਦੀ ਮਾਂ ਨੇ ਕੀ ਕਿਹਾ, ਕਹਿੰਦੇ ਪੁੱਤ ਇਹ ਕਲੈਣਾ ਹੈ, ਇਹਦੇ ਨਾਲ ਨਹੀਂ ਖੇਡਣਾ। ਇਹ ਤੇ ਆਪਣੀ ਮਾਂ ਨੂੰ ਵੀ ਲੈ ਗਿਆ। ਇਹ ਦੁਨੀਆ ਦੀਆਂ ਆਜੜਦੇ ਲੋਕ, ਇਹ ਜਿਹੜੇ ਮੂੰਹ ਪਾਟੇ ਰੱਬ ਤੋਂ ਨਹੀਂ ਡਰਦੇ। ਜਦੋਂ ਫਿਰ ਆਪਦੇ ਘਰ ਪੈਗੀ ਫਿਰ ਚੀਕਾਂ ਨਿਕਲਦੀਆਂ। ਬਗਾਨੇ ਦੇ ਘਰ ਦੀ ਗੱਲ ਬੜੀ ਚੁੱਕੇ ਕਰੀਦੀ ਆਪਾਂ, ਜਿਹਨੂੰ ਕਬੀਰ ਸਾਹਿਬ ਕਹਿੰਦੇ ਕਬੀਰ ਗਰਭ ਨਾ ਕੀਜੀਐ, ਰੰਕ ਨਾ ਹਸੀਐ, ਕੋਈ ਬਗਾਨੇ ਘਰ ਵੇਖ ਕੇ ਹੱਸੀ ਨਾ। ਕਿਸੇ ਦੀ ਬੱਚੀ ਬੱਚਾ ਜਾਂ ਘਰ 'ਚ ਕੋਈ ਵਾਧਾ ਘਾਟਾ, ਕਈ ਬੜਾ ਖੁਸ਼ ਹੁੰਦੇ, ਕੱਛਾਂ ਤਾੜੀਆਂ ਸਾਸਣਾ ਹੋਈ ਕਿ ਨਹੀਂ। ਬਾਬਾ ਕਬੀਰ ਕਹਿੰਦਾ ਗੁਰਦੁਆਰੇ ਜਾਣਾ, ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ ਨੂੰ, ਉਹਦੇ ਵਿੱਚ ਕਬੀਰ ਸਾਹਿਬ ਕਹਿੰਦੇ ਕਦੇ ਕਿਸੇ ਨੂੰ ਵੇਖ ਕੇ ਹੱਸੀ ਨਾ। ਪਤਾ ਨਹੀਂ ਉਹ ਜੇ ਦੁਨੀਆ 'ਚ ਤੂੰ ਰਹਿਣਾ ਤੇਰੇ ਘਰ ਕੀ ਬਣ ਜਾਣਾ। ਤੇ ਕਈਆਂ ਦੇ ਮੈਂ ਵੇਖਿਆ ਵੀ ਹੈ, ਸਮਾਂ ਛੇਤੀ ਬਦਲ ਦਿੰਦਾ, ਰੱਬ ਬੜਾ ਡਰਦਾ ਹੈ। ਕਿਸੇ ਨੂੰ ਵੇਖ ਕੇ ਹੱਸੋ ਨਾ, ਉਹਦਾ ਦੁੱਖ ਵੰਡਾਈਦਾ ਹੁੰਦਾ। ਪਰ ਕਿੱਥੇ 25-30 ਘਰਾਂ 'ਚ ਜਿੰਨਾ ਚਿਰ ਦੱਸਦੇ ਨਹੀਂ ਰੋਟੀ ਥੋੜਾ ਲੰਘਦੀ ਰਾਤ, ਅਗਲੇ ਦੀ ਬਦਨਾਮੀ ਕਰਕੇ ਬੜਾ ਮਨ ਖੁਸ਼ ਹੁੰਦਾ, ਬੜਾ ਚਾਅ ਚੜ੍ਹਦਾ, ਕਦੀ ਕਿੱਦਾਂ ਤਗਮਾ ਦੇ ਦੇਣਾ ਲੋਕਾਂ ਨੇ। ਤੇ ਉਸ ਵੇਲੇ ਕਹਿੰਦੇ ਲੱਤਾਂ ਲਮਕਾ ਕੇ ਬੈਠੇ ਮੇਰੇ ਗੁਰੂ ਰਾਮਦਾਸ, ਮੈਨੂੰ ਜੇਠਾ ਕਹਿੰਦੇ ਆ, ਬਹੁਤ ਦਿਲ ਨੂੰ ਬੁਰੀ ਹੁੰਦਾ, ਕਿਉਂਕਿ ਮੈਂ ਇਤਿਹਾਸ ਸੁਣਾਉਣਾ ਤਾਂ ਇਹ ਚ ਗੋਇੰਦਵਾਲ ਕੀ ਰਖਾਉਣੀ ਰਾਮਦਾਸ, ਇੱਥੋਂ ਸ਼ਬਦ ਮਿਲਨੇ ਆ। ਤੇ ਉਹ ਕਹਿਣ ਲੱਗੇ ਮਾਂ ਮੇਰਾ ਮੂੰਹ ਇੰਨਾ ਹੀ ਕਲੈਣਾ ਜਿਹੜਾ ਇਹ ਆਪਣੇ ਬੱਚੇ ਲੈ ਗਏ। ਮਾਂ ਕਹਿੰਦੀ ਕਦੋਂ ਇਹਨਾਂ ਨੂੰ ਕੀ ਪਤਾ, ਬੁੱਧ ਤੇਰਾ ਚਿਹਰਾ ਤੇ ਇੰਨਾ ਸੋਹਣਾ ਏ, ਕੋਈ ਵਕਤ ਆਉਣਾ ਏ ਤੇਰੇ ਚਿਹਰੇ ਵੇਖਣ ਨੂੰ ਲੋਕ ਤਰਸਿਆ ਕਰਦੇ। ਅੱਜ ਜਾਇਓ ਹਰਿਮੰਦਰ ਸਾਹਿਬ, 1.5 ਘੰਟਾ ਲੱਗਦਾ ਚਿਹਰਾ ਵੇਖਣ ਲਈ ਗੁਰੂ ਰਾਮਦਾਸ ਦਾ, ਵੀ ਕਿਹੜਾ ਵੇਲਾ ਹੋਵੇ ਸਾਡੀ ਵਾਰੀ, ਪਹਿਲਾ ਵਾਂਸ, ਦੂਜਾ ਵਾਂਸ, ਤੀਜਾ, ਫਿਰ ਜਾ ਕੇ ਕਿਤੇ ਬਾਪੂ ਰਾਮਦਾਸ ਦਾ ਚਿਹਰਾ ਦੀਦਾ। ਤੋ ਵਕਤ ਆਪਣਾ 5 ਮਿੰਟ ਰਹਿ ਗਿਆ। ਇਹ ਸਾਰਾ ਇਤਿਹਾਸ ਤੁਸੀਂ ਸੁਣਿਆ, ਹੁਣ ਆਪਾਂ ਮਾਰੇ ਦੀ ਜੋਤੀ ਜੋਤ ਤੱਕ ਪਹੁੰਚਣਾ। ਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੋਂ ਫਿਰ ਗੋਇੰਦਵਾਲ ਆਏ। ਗੋਇੰਦਵਾਲ ਗੁਰੂ ਅਮਰਦਾਸ ਨਾਲ ਮਿਲਾਪ ਹੋਇਆ, ਘੁੰਗਣੀਆਂ ਵੇਚਦਿਆਂ ਕਹਿੰਦੇ ਪੁੱਤ ਭੁੱਖ ਲੱਗੀ ਛਕਾਵੇਂਗਾ। ਕਹਿੰਦੇ ਬਾਪੂ ਪੁੱਤ ਬੜੇ ਚਿਰਾਂ ਬਾਅਦ ਕਿਸੇ ਨੇ ਕਿਹਾ, ਇੱਕ ਵਾਰੀ ਹੋਰ ਕਹੋ। ਮਾਰੇ ਕਹਿੰਦੇ ਪੁੱਤ ਵੇ ਛਕਾਵੇਂਗਾ, ਕਹਿੰਦੇ ਇੱਕ ਵਾਰੀ ਹੋਰ ਕਹੋ, ਅੰਦਰ ਠੰਡ ਜੀ ਪਈ ਨਾ, ਪੁੱਤ ਕਵੇ ਕੀ। ਸਾਧ ਸੰਗਤ ਜੀ ਤੁਹਾਡੇ 'ਚ ਵੀ ਸੰਗਤਾਂ ਬੈਠੀਆਂ, ਇੰਨਾ ਪਿਆਰ ਤੇ ਮੇਰਾ ਅਸਲੀ ਮਾਂ ਪਿਓ ਨਹੀਂ ਕਰਦਾ ਜਿੰਨਾ ਤੁਸੀਂ ਕਰਦੇ। ਦਿਲੋਂ ਕਵੇ ਕੋਈ ਤੇ ਨਿਭਾਵੇ ਵੀ ਫਿਰ ਸੋਹਣਾ ਰਿਸ਼ਤਾ ਹੋਊਗਾ। ਕਿਸੇ ਨੂੰ ਭੈਣ ਕਹਿਣਾ ਸੌਖਾ ਏ, ਨਿਭਾਉਣਾ ਬੜਾ ਔਖਾ ਹੈ। ਕਿਸੇ ਨੂੰ ਪੁੱਤ ਕਹਿਣਾ ਸੌਖਾ, ਨਿਭਾਉਣਾ ਬੜਾ ਔਖਾ ਏ। ਇਸ ਕਰਕੇ ਸਾਧ ਸੰਗਤ ਜੀ ਉਸ ਵਕਤ ਮਹਾਰਾਜ ਨੇ ਕਿਹਾ ਨਹੀਂ, ਬਣਾ ਹੀ ਲਿਆ। ਬਣਾਇਆ ਤਾਂ ਸੀ ਵੀ ਜਦੋਂ ਸੇਵਾ ਕਰਦੇ ਸੀ, ਬੇਟੀ ਜਵਾਨ ਸੀ ਤੇ ਘਰ ਵਾਲੀ ਮਨਸਾ ਦੇਵੀ ਕਹਿੰਦੀ ਸਤਿਗੁਰੂ ਧੀ ਜਵਾਨ ਵਿਆਹ ਕਰੀਏ ਕੋਈ। ਇੰਨੇ ਚਿਰ ਨੂੰ ਮਾਰੇ ਕਹਿੰਦੇ ਕਿੱਦਾਂ ਦਾ ਚਾਹੀਦਾ ਜਵਾਈ। ਇਹ ਕਿਸਮਤ ਕਾਦਰ ਦੀ ਕੁਦਰਤ। ਬਾਬਾ ਜੇਠਾ ਜੀ ਸੇਵਾ ਕਰਦੇ ਕਰਦੇ ਭਾਂਡਿਆਂ ਵਾਲੀ ਪ੍ਰਾਤ ਲਈ ਆਉਂਦੇ ਆ ਤੇ ਮਾਤਾ ਦੇ ਮੁਖ ਤੋਂ ਨਿਕਲ ਗਿਆ, ਕਹਿੰਦੀ ਇਦਾਂ ਦਾ ਹੀ ਜਿੱਦਾਂ ਦਾ ਆ ਹੁੰਦਾ ਹੈ ਨਾ, ਇਦਾਂ ਦਾ ਸੋਹਣਾ ਸੁਨੱਖਾ ਜਵਾਨ। ਗੁਰੂ ਅਮਰਦਾਸ ਕਹਿੰਦੇ ਬਾਬਾ ਬੁੱਢਾ ਜੀ ਲਿਆਓ ਗੁੜ ਕਰੀਏ ਕਾਰਜ। ਤੇ ਕਹਿੰਦੀ ਜੀ ਮੈਂ ਇਦਾਂ ਦਾ ਕਿਹਾ, ਇਹਨੂੰ ਥੋੜਾ ਕਿਹਾ। ਮਹਾਰਾਜ ਕਹਿੰਦੇ ਤੈਨੂੰ ਪਤਾ ਰੱਬ ਨੇ ਜਿਹੜਾ ਇੱਕ ਵਾਰੀ ਬਣਾਇਆ ਉਹਦੇ ਵਰਗਾ ਹੋਰ ਨਹੀਂ ਕੋਈ ਬਣਾਇਆ।
ਤੂੰ ਇਹਦੇ ਵਰਗਾ ਇਹਦੇ ਵਰਗਾ ਇਹੀ ਹੈ। ਲਿਆਓ ਸਾਰਾ ਕੁਝ। ਮਾਂ ਉਸੇ ਵੇਲੇ ਸੰਗਤ ਆ ਗਈ, ਇਹਦੇ ਪੁੱਤ ਆ ਜਾ ਤੂੰ ਹੀ। ਮਹਾਰਾਜ ਨੇ ਕੋਲੇ ਬਿਠਾਇਆ ਤੇ ਮਨਸਾ ਜੀ ਕਹਿਣ ਲੱਗੇ, ਮਾਤਾ ਕਹਿੰਦੇ ਸਤਿਗੁਰੂ ਵੇਖ ਲਓ, ਨਾ ਤੇਰਾ ਘਰ ਹੀ, ਨਾ ਕੋਈ ਭੈਣ ਭਰਾ ਜੀ ਦਾ, ਨਾ ਕੋਈ ਪੈਲੀ ਬੰਨਾ, ਨਾ ਕੋਈ ਲੀੜਾ ਕੱਪੜਾ, ਨਾ ਸਿਰ ਤੇ ਛੱਤ ਹੈ, ਇਹਦਾ ਤੇ ਹਿਸਾਬ ਕਿਤਾਬ ਕੋਈ ਨਹੀਂ। ਮਹਾਰਾਜ ਕਹਿੰਦੇ ਤੂੰ ਆਪਣੀਆਂ ਨਹੀਂ ਸਾਡੀਆਂ ਅੱਖਾਂ ਨਾਲ ਵੇਖ। ਤੂੰ ਕਹਿੰਦੀ ਇਹਦੇ ਸਿਰ ਤੇ ਛੱਤ ਨਹੀਂ, ਵਕਤ ਆਉਣਾ ਹੈ ਇਹਦੇ ਸਿਰ ਤੇ ਸੋਨੇ ਦੀ ਛੱਤ ਹੋਣੀ। ਸੋਨੇ ਦੀ ਹੈ। ਇਹਦੇ ਤੁਰਕੇ ਨਹੀਂ, ਦੇਖੋ ਕੱਪੜਾ ਕੋਈ ਨਹੀਂ, ਇਹਨੇ ਜਿਹੜੇ ਕੱਪੜੇ ਪਾਉਣੇ ਉਹਨੇ ਕਿਸੇ ਅੱਜ 50-50 ਲੱਖ ਦਾ ਚੰਦਵਾ ਰਾਤ ਨੂੰ ਲੱਗਦਾ ਤੇ ਸਵੇਰੇ ਵਾਰੀ ਨਹੀਂ ਆਉਂਦੀ। ਬਚਨ ਹੋਏ ਗੁਰੂ ਦੀ ਸੇਵਾ ਚ। ਤੀਜਾ ਬਚਨ ਕਹਿੰਦੇ ਤੂੰ ਕਹਿੰਦੀ ਅਨਾਥ ਹੈ, ਵਕਤ ਆਊਗਾ ਜਿਹੜੇ ਨਾਥ ਹੋਣਗੇ ਉਹਨਾਂ ਦਾ ਇਹ ਨਾਥ ਬਣੂਗਾ। ਤੂੰ ਕਹਿੰਦੀ ਹੈ ਯਤੀਮ ਹੈ, ਵਕਤ ਆਊਗਾ ਲੱਖਾਂ ਯਤੀਮਾਂ ਦਾ ਪਿਓ ਬਣੂ ਗੁਰੂ ਰਾਮਦਾਸ। ਅੱਜ ਵੇਖੋ ਕਿਤੇ ਪਰਿਕਰਮਾ ਚ ਕਿੰਨੇ ਘਰੋਂ ਕੱਢੇ ਲੰਮੇ ਪਏ, ਕਿੰਨਿਆਂ ਦਾ ਕੁਛ ਨਹੀਂ, ਉੱਥੇ ਛੱਡ ਕੇ ਪਾਰਕ ਤੇ ਸੌ ਲੈਂਦੇ। ਧੰਨ ਗੁਰੂ ਰਾਮਦਾਸ ਜੀ ਤੇਰਾ ਕਰਨਾ ਤਾਂ ਮਰ ਜਾਣੇ ਸੀ ਕਈ ਵਿਚਾਰੇ। ਤਾਂ ਕਰਕੇ ਤੁਹਾਨੂੰ ਕਹੀਦਾ ਬਈ ਮਹਾਰਾਜ ਦੇ ਲੰਗਰ ਚ ਖਿਆਲ ਰੱਖਿਆ ਕਰੋ। ਰਸਤਾਂ ਬਸਤਾਂ ਜਿੱਥੇ ਲੋੜ ਸੰਗਤ ਬੈਠੀ ਹੈ, ਲੋਈਆਂ ਤੋਂ ਸਾਰਾ ਪਰਿਵਾਰ ਗੁਰੂ ਕੀ ਜਿਨ੍ਹਾਂ ਨੂੰ ਜੋ ਵੀ ਕਹਿ ਰਹੀਦਾ ਮਹਾਰਾਜ ਕਿਰਪਾ ਕਰੇ, ਆਪ ਵਿੱਚ ਵਰਤਦਾ। ਭੁੱਖੇ ਦੇ ਢਿੱਡ ਚ ਪ੍ਰਸ਼ਾਦਾ ਬੜਾ ਸਕੂਨ ਮਿਲਦਾ। ਸੋ ਸਾਧ ਸੰਗਤ ਸੁਣਾਉਣ ਨੂੰ ਤੇ ਕੀ ਕਰਦਾ ਵੀ ਬੈਠੇ ਰਹੀਏ, ਪਰ ਘੜੀ ਜਵਾਬ ਦੇ ਗਈ ਹੈ। ਉੱਥੋਂ ਫਿਰ ਮਹਾਰਾਜ ਨੇ ਆਪਣੀ ਬੇਟੀ ਦਾ ਵਿਆਹ ਕਰਤਾ। ਵਿਆਹ ਤੋਂ ਬਾਅਦ ਫਿਰ ਇਹਨੇ ਖੁਸ਼ ਹੋਏ, ਪਰਖ ਪੂਰੀ ਹੋਈ ਤੇ 1571 ਚ ਗੁਰਤਾ ਗੱਦੀ ਦੇ ਦਿੱਤੀ। ਤੇ ਗੁਰੂ ਅਮਰਦਾਸ ਦੀ ਕੁੱਲ ਉਮਰ ਹੋਈ 46 ਸਾਲ 11 ਮਹੀਨੇ ਤੇ 2 ਦਿਨ, ਜਿਹਦੇ ਵਿੱਚੋਂ 6 ਸਾਲ 9 ਮਹੀਨੇ ਤੇ ਕੁਝ ਦਿਨ ਗੁਰਤਾ ਗੱਦੀ ਸੰਭਾਲੀ ਮਹਾਰਾਜ ਨੇ। ਤੇ ਫਿਰ ਸਮਾਂ ਅੱਜ ਦਾ ਆ ਗਿਆ। ਇਹ ਮਹਾਰਾਜ ਨੇ 2 ਦਿਨ ਪਹਿਲਾਂ ਹੀ ਸੰਗਤਾਂ ਨੂੰ ਦੱਸ ਕੇ ਕੱਲ ਗੁਰਤਾ ਗੱਦੀ ਦਿਵਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਪੂ ਦਾ ਅੱਜ ਅੰਮ੍ਰਿਤ ਵੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕੇ ਬੌਲੀ ਚ ਇਸ਼ਨਾਨ ਕੀਤਾ। ਕਿਸ ਭਾਵਨਾ ਵੇਖੋ, ਨਹੀਂ ਤੇ ਮਹਾਰਾਜ ਕਹਿ ਹੀ ਸਕਦੇ ਵੀ ਆਪਾਂ ਹੀ ਬੌਲੀ ਬਣਾਈ ਆ, ਆਪਾਂ ਨੂੰ ਕੀ ਲੋੜ ਨਹੀਂ। ਬੌਲੀ ਚ ਇਸ਼ਨਾਨ ਕੀਤਾ, ਰਾਗੀ ਸਿੰਘ ਨੂੰ ਬੁਲਾਏ, ਸੰਗਤਾਂ ਬੈਠੀਆਂ, ਮਹਾਰਾਜ ਸੱਚੇ ਪਾਤਸ਼ਾਹ ਆਸਾ ਦੀ ਵਾਰ ਦਾ ਕੀਰਤਨ ਸੁਣੇ, ਸੰਗਤਾਂ ਤੋਂ ਸ਼ਬਦ ਸੁਣੇ। ਫਿਰ ਮਹਾਰਾਜ ਜੀ ਨੇ ਫਤਿਹ ਬੁਲਾਈ, ਪ੍ਰਸ਼ਾਦ ਵੰਡਿਆ। ਕਹਿੰਦੇ ਸੰਗਤ ਜੀ ਆ ਗਿਆ, ਹੁਣ ਅਸੀਂ ਚੱਲ ਜਾਣਾ ਤੁਹਾਡੇ ਕੋਲੋਂ। ਆ ਗਿਆ ਇਹਦੇ ਉਸ ਵੇਲੇ ਮਹਾਰਾਜ ਦੀ ਨਜ਼ਰ ਬਾਬੇ ਬੁੱਢੇ ਤੇ ਪਈ ਤੇ ਬਾਬੇ ਬੁੱਢੇ ਦੇ ਨੇਤਰਾਂ ਚ ਜਾਲ ਬੜੀ ਟੋਕਰੀ ਵਾਈ। ਇਸ ਮਾਂ ਹਰਿਮੰਦਰ ਸਾਹਿਬ ਜਾਇਓ ਨਾ, ਬਾਬੇ ਬੁੱਢੇ ਦੀ ਬੇਰੀ ਆਏ। ਉਸ ਬੇਰੀ ਨੂੰ ਪੁੱਛਿਓ ਵੀ ਅਸੀਂ ਬਾਬਾ ਬੁੱਢਾ ਨਹੀਂ ਵੇਖਿਆ ਪਰ ਤੂੰ ਵੇਖਿਆ, ਤੇਰੇ ਥੱਲੇ ਬੈਠਾ ਰਿਹਾ, ਇੱਕ ਵਾਰੀ ਦੱਸ ਦੇ ਕਿੱਦਾਂ ਦਾ ਸੀ ਬਾਬਾ ਬੁੱਢਾ। ਇਹ ਨਾ ਹੋਵੇ ਕਿ ਉੱਥੇ ਜਾਂਦੇ ਹਰਿਮੰਦਰ ਸਾਹਿਬ ਆਪਣੀਆਂ ਫੋਟੋਆਂ ਖਿੱਚੀ ਜਾਂਦੇ, ਉੱਥੇ ਬੜਾ ਕੁਝ ਜੀ ਉਹਨੂੰ ਪੁੱਛਿਆ ਕਰੋ, ਉਹਨਾਂ ਚੀਜ਼ਾਂ ਨੂੰ ਮੇਰੇ ਕੋਲ ਸਮਾਂ ਨਹੀਂ ਹੈ। ਬਾਬਾ ਬੁੱਢਾ ਜੀ ਨੂੰ ਮਾਰੇ ਕਹਿੰਦੇ ਕੀ ਗੱਲ ਹੈ ਬੁੱਢਿਆ? ਕਹਿੰਦੇ ਮਹਾਰਾਜ ਏਦਾਂ ਲੱਗਦਾ ਹੈ ਕਿ ਨਾਲ ਹੀ ਲੈ ਜਾਓ। ਮਹਾਰਾਜ ਕਹਿੰਦੇ ਲਿਜਾਣਾ ਤੇ ਭੇਜਣਾ ਸਾਡੇ ਹੱਥ ਨਹੀਂ ਹੈ, ਕਰਤਾਰ ਦੇ ਹੈ। ਮੁੜ ਕੇ ਨਜ਼ਰ ਗਈ ਬੀਬੀ ਭਾਨੀ ਤੇ ਉਹਨਾਂ ਨੂੰ ਵੀ ਵਿਰਾਗ ਛੁੱਟ ਪਿਆ। 2 ਸ਼ਬਦ ਪੜ੍ਹਨੇ ਆਪਾਂ 5 ਮਿੰਟ ਲੱਗ ਜਾਣੇ ਆ। ਉਸ ਵੇਲੇ ਭਾਵਨਾ ਸੀ। ਮਾਰੇ ਕਹਿੰਦੇ ਬੀਬੀ ਭਾਨੀ ਜੀਵਨ ਸਾਥੀ ਹੈ ਨਾ, ਕਹਿੰਦੇ ਰੋਂਦੇ ਕਿਉਂ? ਕਹਿੰਦੇ ਮਹਾਰਾਜ ਜੀ ਕਰਦਾ ਨਾਲ ਜਾਓ, ਤੁਹਾਡੇ ਨਾਲ ਹੀ ਜਾਣਾ ਹੈ। ਮਹਾਰਾਜ ਸਾਹਿਬ ਨੇ ਕਿਤੇ ਰੋਣਾ ਨਹੀਂ ਭਾਈ, ਪਰ ਜਿੱਥੇ ਪਿਆਰ ਹੋਵੇ। ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ। ਸਾਰੀ ਸੰਗਤ ਰੱਜ ਕੇ ਰੋਈ। ਜਿੱਦਾਂ ਅੱਜ ਆਪਾਂ ਸਾਰੇ ਨਾ ਮਾਫ ਕਰਿਓ, ਮੈਨੂੰ ਲੱਗਦਾ ਵੀ ਕੋਈ ਰੂਹ ਜਿਹਦੀਆਂ ਅੱਖਾਂ 'ਚ ਪਾਣੀ ਨਹੀਂ ਹੈ। ਮੈਂ ਸਟੇਜ ਤੇ ਇਦਾਂ ਕਦੀ ਨਹੀਂ ਹੋਇਆ, ਪਰ ਅੱਜ ਬੜੇ ਤਕੜੇ ਹੋ ਕੇ ਔਰ ਸੱਚੇ ਵੀ ਸਾਰੀ ਦੁਨੀਆ ਘਰ ਲਈ ਰੋਂਦੀ ਆ, ਪੁੱਤ ਲਈ, ਦੁੱਧ ਲਈ, ਬੀਜ ਲਈ ਰੋਣੇ ਹੀ ਆ ਦਿਨੇ ਰਾਤ। ਪਰ ਜਦੋਂ ਕੋਈ ਗੁਰੂ ਦੀ ਕਥਾ ਸੁਣ ਕੇ ਰੋਂਦਾ ਨਾ, ਉਹਦੇ ਡਿੱਗੇ ਹੋਏ ਅੱਖਾਂ ਦੇ ਹੰਝੂ ਦਰਗਾਹ 'ਚ ਪਹੁੰਚਦੇ। ਤੋ ਫਿਰ ਸਾਰਿਆਂ ਨੇ ਬਰਾਤ ਕੀਤਾ ਤੇ ਮਹਾਰਾਜ ਕਹਿੰਦੇ ਏਦਾਂ ਦੀ ਵੀ
ਤੁਹਾਡੇ ਵਿੱਚ ਹੀ ਅਸੀਂ ਰੋ ਨਾ ਕਿਤੇ ਮਹਾਰਾਜ ਤੁਸੀਂ ਆਖੰਦਾ ਅਸੀਂ ਚੱਲੇ ਆ ਤੇ ਰੋਈਏ ਕਿਉਂ ਨਾ। ਫਿਰ ਮਹਾਰਾਜ ਕਹਿੰਦੇ ਹੁਣ ਸਾਨੂੰ ਤੁਸੀਂ ਗੁਰੂ ਅਰਜਨ ਸਾਹਿਬ ਦੇ ਵਿੱਚ ਵੇਖਣਾ। ਅਸੀਂ ਜੋ ਦੇਹਾਂ ਚ ਟਿਕਾਂਦੀ ਸਰੀਰ ਹੀ ਮਿੱਟੀ ਚ ਮਿੱਟੀ ਮਿਲਾਉਣ ਲੱਗੇ ਆ। ਉਸ ਵੇਲੇ ਫਿਰ ਸਤਿਗੁਰੂ ਮਹਾਰਾਜ ਦੀ ਸੰਗਤ ਨੂੰ ਮਿਲ ਕੇ ਚੌਂਕਣਾ ਮਾਰ ਕੇ ਪ੍ਰਭ ਗੁਰ ਬਿਆਨੀ ਕਰਕੇ ਸ਼ਬਦ ਪੜ੍ਹੇ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਜੋਤੀ ਜੋਤ ਰਲੀ। ਸਾਰਿਆਂ ਨੇ ਫਿਰ ਹੱਥੀਂ ਮਹਾਰਾਜ ਦੀ ਸੇਵਾ ਕੀਤੀ। ਚਿਖਾ ਬਲਦੀ ਵੇਖੀ ਸੰਗਤਾਂ ਰੋ ਰਹੀਆਂ ਅਜੇ ਵੀ। ਤੇ ਕਿਤੇ ਭੱਟਾਂ ਨੇ ਸ਼ਬਦ ਪੜ੍ਹੇ ਉਦੋਂ ਵੀ ਅੱਜ ਬਾਣੀ 'ਚ ਲਿਖੇ ਹੈ। ਕੀ ਕਹਿੰਦੇ ਆ? ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। 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 ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬਿਠਾਇਓ। ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬਿਠਾਇਓ। ਆਪ ਸਿੰਘਾਸਣ ਦਿਓ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਇਹਦੇ ਆਪ ਸਤਿਗੁਰੂ ਦੇਵਪੁਰੀ ਨੂੰ ਚਲੇ ਗਏ ਤੇ ਹਰ ਸਿੰਘਾਸਣ ਦਿਓ ਸ੍ਰੀ ਗੁਰ ਤਖਤ ਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਿਠਾ ਗਏ ਤੇ ਸੰਗਤ ਨੂੰ ਕਹਿ ਗਏ ਕਿ ਸਾਡੀ ਚਿਖਾ ਵੱਲ ਨਹੀਂ ਵੇਖਣਾ। ਤੁਸੀਂ ਜੇ ਚਿਖਾ ਵੱਲ ਵੇਖਿਆ ਤੇ ਤੁਹਾਡਾ ਵਿਰਾਗ ਨਹੀਂ ਰੁਕਣਾ। ਤੁਸੀਂ ਤਖਤ ਵੱਲ ਵੇਖਣਾ ਹੈ ਤੇ ਗੁਰੂ ਅਰਜਨ ਸਾਹਿਬ ਵੱਲ ਵੇਖਣਾ ਹੈ। ਜੇ ਆਪਾਂ ਕਹਿੰਦੇ ਕਰਮਾਂ ਵਾਲੇ ਅੱਜ ਤਖਤ ਵੀ ਇੱਥੇ ਹੈ ਤੇ ਗੁਰੂ ਅਰਜਨ ਸਾਹਿਬ ਵੀ ਇੱਥੇ। ਵਾਹਿਗੁਰੂ ਜੀ ਕਾ